ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਗੋਂਡ ਮਹੱਲਾ ਪੰਜਵਾ। ਚੌਪਦੀ ਘਰ ਪਹਿਲਾ। ਇੱਕੋ ਓੰਕਾਰ ਸਤਿਗੁਰ ਪ੍ਰਸਾਦਿ। ਸਭ ਕਰਤਾ ਸਭ ਭੁਗਤਾ ਰਹਾਉ। ਸੁਣਤੋ ਕਰਤਾ ਪੇਖਤ ਕਰਤਾ। ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ। ਸਭ ਕਰਤਾ ਸਭ ਭੁਗਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਗੋਂਡ ਮਹੱਲਾ ਪੰਜਵਾ। ਰਾਗ ਗਾਉਣ ਦੇ ਵਿੱਚ ਪੰਜਵੇਂ ਸਰੂਪ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਚੌਪਦੀ ਘਰ ਪਹਿਲਾ। ਪਹਿਲੇ ਘਰ ਸੁਰ ਤਾਲ ਦੇ ਵਿੱਚ ਚਾਰ ਚਾਰ ਪਦੀਆਂ ਵਾਲੇ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ। ਇੱਕੋ ਓੰਕਾਰ। ਇਹ ਪਹਿਲਾ ਵਸਤੂ ਨਿਰਦੇਸ਼ ਮੰਗਲ ਕਰਦੇ ਨੇ, ਕਿਉਂਕਿ ਜਦ ਵੀ ਪ੍ਰਕਰਨ ਬਦਲਦਾ ਹੈ ਤਾਂ ਗੁਰੂ ਸਾਹਿਬ ਮੰਗਲ ਲਾਜ਼ਮੀ ਕਰਦੇ ਹਨ। ਕੱਲ ਚੌਥੇ ਪਾਤਸ਼ਾਹ ਜੀ ਦੀ ਬਾਣੀ ਸੰਪੂਰਨ ਹੋਈ ਸੀ। ਹੁਣ ਮਹਾਰਾਜ ਆਪ ਦੀ ਬਾਣੀ ਲਿਖਵਾ ਰਹੇ ਨੇ, ਇਸ ਲਈ ਵਸਤੂ ਨਿਰਦੇਸ਼ਕ ਮੰਗਲ ਕੀਤਾ ਹੈ। ਇੱਕ ਅਦੁੱਤੀ ਬ੍ਰਹਮ ਜੋ ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦਿ। ਔਰ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸਭ ਕਰਤਾ ਸਭ ਭੁਗਤਾ। ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਪ੍ਰਭੂ ਨੂੰ ਸਾਰੀਆਂ ਥਾਵਾਂ ਦੇ ਵਿੱਚ ਵਿਆਪਕ ਰੂਪ ਕਰਕੇ ਕਥਨ ਕਰਦੇ ਹਨ। ਰਹਾਉ। ਸੋ ਪਹਿਲੀ ਹੋਈ ਪੰਕਤੀ ਰਹਾਉ ਵਾਲੀ ਹੈ। ਮਾਰੇ ਕਹਿੰਦੇ ਸਭ ਕਰਤਾ। ਇਹ ਭਾਈ ਪਰਮੇਸ਼ਰ ਆਪ ਹੀ ਮਾਇਆ ਸਬਲ ਹੋ ਕੇ ਸਾਰੇ ਪਦਾਰਥਾਂ ਨੂੰ ਸਾਰੇ ਜੀਵਾਂ ਨੂੰ ਕਰਤਾ ਰਚਣ ਵਾਲਾ ਹੈ ਅਤੇ ਆਪ ਹੀ ਸਾਖੀ ਰੂਪ ਹੋ ਕੇ ਸਾਰੇ ਪਦਾਰਥਾਂ ਦੇ ਭੋਗਣ ਵਾਲਾ ਹੈ। ਇੱਥੇ ਵਿਸ਼ਰਾਮ ਦਿੰਦੇ ਹਨ। ਆਪੇ ਰਸੀਆ ਆਪ ਰਸ ਆਪੇ ਰਾਮਣਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਹਾਰ ਰੰਗ ਰਤਾ ਮੇਰਾ ਸਾਹਿਬ
ਰਵ ਰਹਿਆ ਭਰਪੂਰ ਰਹਾਓ। ਆਪੇ ਮਾਛੀ ਮਛਲੀ ਆਪੇ ਪਾਣੀ ਜਾਲ, ਆਪੇ ਜਾਲ ਮਣਕੜਾ ਆਪੇ ਅੰਦਰ ਲਾਲ, ਆਪੇ ਬਹੁਵਿਧ ਰੰਗੁਲਾ ਸਖੀਏ ਮੇਰਾ ਲਾਲ। ਸੁਣ ਤੋ ਕਰਤਾ ਪੇਖਤ ਕਰਤਾ, ਆਪ ਹੀ ਰਚਨਹਾਰ ਪਰਮੇਸ਼ਰ ਸੁਣਨ ਵਾਲਾ ਹੈ ਅਤੇ ਆਪ ਹੀ ਰਚਨਹਾਰ ਪਰਮੇਸ਼ਰ ਸਾਰਿਆਂ ਦੇ ਅੰਦਰ ਚੇਤਨ ਰੂਪ ਹੋ ਕੇ ਵੇਖਣ ਵਾਲਾ ਹੈ। ਪੇਖਣ ਸੁਨਨ ਸੁਨਾਮਨੋ ਮਨ ਮਹਿ ਦ੍ਰਿੜੀ ਹੈ ਸਾਚ। ਆਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ, ਉਹ ਜੋ ਵਾਹਿਗੁਰੂ ਹੈ ਰਚਨਹਾਰ ਪਰਮੇਸ਼ਰ ਆਪ ਹੀ ਦਿਸਣ ਤੋਂ ਰਹਿਤ ਹੈ। ਭਾਵ ਸੂਖਮ ਤੋਂ ਸੂਖਮ ਰੂਪ ਹੈ। ਜੋ ਹਿਰਨ ਗਰਭ ਅਭਿਆਕ੍ਰਿਤ ਇਹ ਮਾਇਕੀ ਪ੍ਰਕਾਸ਼ ਹੈ, ਇਸ ਤੋਂ ਵੀ ਦਿਸਣ ਤੋਂ ਰਹਿਤ ਹੈ ਅਤੇ ਆਪ ਹੀ ਰਚਨਹਾਰ ਪਰਮੇਸ਼ਰ ਦੇਖਣ ਵਾਲਾ ਹੈ। ਜਾਂ ਇਸੇ ਪ੍ਰਕਾਰ ਸੁਣ ਤੋ ਕਰਤਾ ਪੇਖਤ ਕਰਤਾ, ਜੋ ਕਰਤਾ ਅਕਾਲ ਪੁਰਖ ਵਾਹਿਗੁਰੂ ਹੈ ਸਾਰਿਆਂ ਦੀ ਰਾਹੀਂ ਆਪ ਹੀ ਸੁਣ ਰਿਹਾ ਹੈ। ਜੋ ਵੀ ਜੀਆ ਜਨ ਸੁਣ ਰਹੇ ਨੇ ਸਾਰਿਆਂ ਦੇ ਵਿੱਚ ਬੈਠ ਕੇ ਆਪ ਸੁਣ ਰਿਹਾ ਹੈ। ਅਰੇ ਆਪ ਹੀ ਸਭਨਾਂ ਦੀਆਂ ਅੱਖਾਂ ਦੀ ਰਾਹੀਂ ਵੇਖ ਰਿਹਾ ਹੈ। ਸਹਿਸ ਤਵ ਨੈਣ ਨਨ ਨੈਣ ਹਹਿ ਤੋਹਿ ਕੋ, ਸਹਿਸ ਮੂਰਤ ਨਨ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਇਉਂ ਇਹ ਵਾਹਿਗੁਰੂ ਤੇਰੇ ਹਜ਼ਾਰਾਂ ਹੀ ਨੇਤਰ ਨੇ। ਸਰਗੁਣ ਸਰੂਪ ਦੇ ਵਿੱਚ ਜਿੰਨੀ ਦੁਨੀਆ ਅੱਖਾਂ ਦੀ ਰਾਹੀਂ ਤੂੰ ਹੀ ਦੇਖ ਰਿਹਾ। ਤੇਰੇ ਹਜ਼ਾਰਾਂ ਹੀ ਕੰਨ ਹਨ, ਨਾਸਕਾਵਾਂ ਨੇ। ਸਭ ਜੀਆਂ ਦੇ ਅੰਦਰ ਤੂੰ ਹੀ ਸੁੰਘ ਰਿਹਾ, ਤੂੰ ਹੀ ਸੁਣ ਰਿਹਾ। ਪਰ ਨਿਰਗੁਣ ਰੂਪ ਦੇ ਵਿੱਚ ਇਹ ਕੁਝ ਵੀ ਨਹੀਂ ਹੈ। ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ਰਧਾ ਸੰਯੁਕਤ ਹੋ ਕੇ ਪ੍ਰਭੂ ਦੀ ਵਿਸ਼ਾਲਤਾ ਦਾ ਤੇ ਸੂਖਸ਼ਮਤਾ ਦਾ ਵਰਣਨ ਕੀਤਾ ਹੈ। ਸੋ ਇਸ ਵਾਸਤੇ ਇਹ ਮੇਰੇ ਪਰਮਾਤਮਾ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ, ਅੱਖੀਂ ਅੰਦਰ ਦੇਖਦਾ। ਸਭਨਾਂ ਦੀਆਂ ਅੱਖਾਂ ਦੇ ਵਿੱਚ ਉਹ ਵਾਹਿਗੁਰੂ ਵੇਖ ਰਿਹਾ ਹੈ। ਅੱਖਾਂ ਦੀ ਰਾਹੀਂ ਪਰਮਾਤਮਾ ਹੀ ਸਭ ਕੁਝ ਦੇਖ ਦਿਖਾ ਰਿਹਾ ਹੈ। ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ, हे ਮੇਰੇ ਮਾਲਕਾ, ਜਦ ਤੂੰ ਆਪਣੀ ਜੋਤ ਅੱਖਾਂ ਦੇ ਵਿੱਚੋਂ ਖਿੱਚ ਲੈਂਦਾ ਹੈ। ਅੱਖਾਂ ਤਾਂ ਬਹੁਤ ਸੋਹਣੀਆਂ ਚੰਗੀਆਂ ਭਲੀਆਂ ਹੁੰਦੀਆਂ ਨੇ। ਡਾਕਟਰ ਕਹਿੰਦੇ ਨੇ ਵੀ ਡੋਨੇਟ ਕਰ ਦਿਓ ਜਿਉਂਦੇ ਜੀ, ਕਿਉਂਕਿ ਜਦ ਤੁਸੀਂ ਚੜ੍ਹਾਈ ਕਰੋ ਕੁਝ ਕੁ ਮਿੰਟ ਟਾਈਮ ਹੁੰਦਾ, ਉਹਦੇ ਵਿੱਚ ਅੱਖਾਂ ਨੂੰ ਕੱਢ ਕੇ ਤੋ ਕਿਸੇ ਹੋਰ 'ਚ ਪਾ ਦੇਣ ਜਿਹਦੇ 'ਚ ਰੱਬ ਦੀ ਜੋਤ ਅਜੇ ਮੌਜੂਦ ਹੈ, ਤਾਂ ਫਿਰ ਅੱਖਾਂ ਦੁਬਾਰਾ ਤੋਂ ਫਿਰ ਵੇਖਣ ਲੱਗ ਪੈਂਦੀਆਂ ਨੇ। ਪਰ ਜਿਹਦੇ 'ਚੋਂ ਨਿਕਲ ਗਈ ਹੈ, ਯਾਨੀ ਮੁਰਦਾ ਸਰੀਰ ਹੋ ਗਿਆ, ਉਹਦੇ 'ਚੋਂ ਵੇਖ ਨਹੀਂ ਸਕਣਗੀਆਂ। ਸੋ ਇਸ ਲਈ ਅੱਖਾਂ ਨਹੀਂ ਦੇਖ ਰਹੀਆਂ। ਸਾਇੰਸ ਵਾਲੇ ਕਹਿੰਦੇ ਨੇ ਕਿ ਸੂਰਜ ਤੋਂ ਪ੍ਰਕਾਸ਼ ਲੈ ਕੇ ਦੇਖਦੀਆਂ ਨੇ, ਪਰ ਇੰਜ ਵੀ ਨਹੀਂ ਹੈ। ਜੇ ਕੋਈ ਪੁੱਛੇ ਕਿ ਸੂਰਜ ਕਿੱਥੋਂ ਪ੍ਰਕਾਸ਼ ਲੈ ਕੇ ਚਮਕਦਾ ਹੈ, ਫਿਰ ਗੱਲ ਤਾਂ ਰੱਬ ਤੇ ਹੀ ਮੁੱਕੂਗੀ। ਇਉਂ ਸੂਰਜ ਵਿੱਚ ਵੀ ਉਹਦਾ ਪ੍ਰਕਾਸ਼ ਹੈ, ਚੰਦਰਮਾ ਦੇ ਵਿੱਚ ਵੀ ਉਹਦਾ ਪ੍ਰਕਾਸ਼ ਹੈ, ਧਰਤੀ ਦੇ ਵਿੱਚ ਵੀ ਉਹਦਾ ਹੀ ਪ੍ਰਕਾਸ਼ ਹੈ, ਅੱਖਾਂ ਦੇ ਵਿੱਚ ਵੀ ਉਹਦਾ ਹੀ ਚਾਨਣ ਹੈ। हे ਪਰਮਾਤਮਾ, ਸਭ ਕਰਤਾ ਸਭ ਭੁਗਤਾ, ਸਭਨਾਂ ਦੇ ਵਿੱਚ ਕਰਨ ਵਾਲਾ ਤੇ ਭੋਗਣ ਵਾਲਾ ਤੂੰ ਹੀ ਹੈ। ਰਚਦਾ ਵੀ ਤੂੰ ਹੈ, ਭੋਗਦਾ ਵੀ ਤੂੰ ਹੈ। ਇਹ ਕਰਤਾ
ਸੁਣਦਾ ਵੀ ਤੂੰ ਹੈ ਤੇ ਦੇਖਦਾ ਵੀ ਤੂੰ ਹੈ। ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ। ਅਗਿਆਨੀ ਪੁਰਖਾਂ ਦੇ ਵਿੱਚ ਵੀ ਪਰਮੇਸ਼ਰ ਆਪ ਹੀ ਹੈ ਤੇ ਬ੍ਰਹਮ ਗਿਆਨੀ ਪੁਰਖਾਂ ਵਿੱਚ ਵੀ ਕਰਤਾ ਪੁਰਖ ਆਪ ਹੀ ਵਿਆਪਕ ਹੈ। ਓ ਪਦ ਕਰਤਾ ਪਰਲੋ ਕਰਤਾ। ਸਾਰਿਆਂ ਦੀ ਉਤਪਤੀ ਕਰਨ ਵਾਲਾ ਵੀ ਰਚਨਹਾਰ ਪਰਮੇਸ਼ਰ ਹੀ ਹੈ। ਸਭਨਾਂ ਦੀ ਪਰਲੋ ਨਾਸ਼ ਕਰਨ ਵਾਲਾ ਵੀ ਰਚਨਹਾਰ ਪਰਮੇਸ਼ਰ ਹੀ ਹੈ। ਇਸੇ ਪ੍ਰਕਾਰ ਓ ਪਦ ਕਰਤਾ ਪਰਲੋ ਕਰਤਾ। ਭਵੇਕੀ ਪੁਰਖਾਂ ਦੇ ਹਿਰਦੇ ਵਿੱਚ ਗਿਆਨ ਦੀ ਉਤਪਤੀ ਕਰਨ ਵਾਲਾ ਵੀ ਪਰਮੇਸ਼ਰ ਆਪ ਹੀ ਹੈ ਅਤੇ ਆਪ ਹੀ ਅਗਿਆਨ ਦੀ ਪਰਲੋ ਕਰਨ ਵਾਲਾ ਹੈ। ਵਿਆਪਤ ਕਰਤਾ ਲਿਪਤੋ ਕਰਤਾ। ਕਰਤਾ ਰਚਨਹਾਰ ਪਰਮੇਸ਼ਰ ਆਪ ਹੀ ਸਾਰੇ ਆਕਾਰਾਂ ਦੇ ਵਿੱਚ ਵਿਆਪਿਆ ਮਿਲਿਆ ਹੋਇਆ ਹੈ ਅਤੇ ਕਰਤਾ ਰਚਨਹਾਰ ਪਰਮੇਸ਼ਰ ਆਪ ਹੀ ਸਭਨਾਂ ਤੋਂ ਅਲਿਪਤੋ ਨਿਰਲੇਪ ਹੈ। ਭਗਤੋ ਕਰਤਾ ਬੂਝਤ ਕਰਤਾ। ਕਰਤਾ ਰਚਨਹਾਰ ਪਰਮੇਸ਼ਰ ਸਤਿਗੁਰੂ ਰੂਪ ਹੋ ਕੇ ਵਕਤਵ ਕਰਨ ਵਾਲਾ ਵੀ ਆਪ ਹੀ ਹੈ ਅਤੇ ਆਪ ਹੀ ਕਰਤਾ ਰਚਨਹਾਰ ਪਰਮੇਸ਼ਰ ਕਥਨ ਕੀਤੇ ਨੂੰ ਜਗਿਆਸੂ ਰੂਪ ਹੋ ਕੇ ਸਮਝਣ ਵਾਲਾ ਹੈ। ਆਵਤ ਕਰਤਾ ਜਾਤ ਪਿਕਰਤਾ। ਰਚਨਹਾਰ ਪਰਮੇਸ਼ਰ ਆਪ ਹੀ ਮੁਕਤ ਹੋਣ ਵਾਸਤੇ ਜਗਿਆਸੂ ਰੂਪ ਹੋ ਕੇ ਗੁਰਾਂ ਦੀ ਸ਼ਰਨ ਵਿੱਚ ਆਉਂਦਾ ਹੈ। ਆਪੇ ਸੰਗਤ ਸਦ ਬਹਾਲ ਫਿਰ ਆਪੇ ਹੀ ਵਿਦਾ ਕਰਾਵੇ। ਗੁਰਾਂ ਦਾ ਉਪਦੇਸ਼ ਲੈ ਕੇ ਆਪਣੇ ਸਰੂਪ ਦੇ ਵਿੱਚ ਅਭੇਦ ਹੋਣ ਲਈ ਵੀ ਵਿਸਰਜਨ ਕਰ ਦਿੰਦਾ ਕਿ ਜਾਓ ਸਰੀਰ ਦਾ ਮੋਹ ਛੱਡ ਕੇ ਤੁਸੀਂ ਅਭੇਦ ਹੋ ਜਾਓ। ਇਉਂ ਕਰਤਾ ਆਪ ਹੀ ਜਾਂਦਾ ਭਾਵ ਆਪ ਹੀ ਮੁਕਤ ਹੋ ਕੇ ਆਪਣੇ ਸੱਚ ਸਰੂਪ ਦੇ ਵਿੱਚ ਜਾਣ ਵਾਲਾ ਹੈ। ਨਿਰਗੁਣ ਕਰਤਾ ਸਰਗੁਣ ਕਰਤਾ। ਰਚਨਹਾਰ ਪਰਮੇਸ਼ਰ ਆਪ ਹੀ ਗੁਣਾਂ ਤੋਂ ਅਤੀਤ ਹੈ ਅਰੇ ਆਪ ਹੀ ਰਚਨਹਾਰ ਪਰਮੇਸ਼ਰ ਗੁਣਾਂ ਦੀ ਸਹਿਤ ਹੈ। ਇਸੇ ਪ੍ਰਕਾਰ ਨਿਰਗੁਣ ਕਰਤਾ ਸਰਗੁਣ ਕਰਤਾ। ਆਪ ਹੀ ਨਿਰਾਕਾਰ ਰੂਪ ਹੈ ਆਪ ਹੀ ਨਿਰਗੁਣ ਜੀਵ ਰੂਪ ਹੈ ਅਰੇ ਆਪ ਹੀ ਸਰਗੁਣ ਸਰੂਪ ਦੇ ਵਿੱਚ ਮਾਇਆ ਸਬਲ ਹੋ ਕੇ ਜਗਤ ਨੂੰ ਪੈਦਾ ਕਰਨ ਵਾਲਾ ਹੈ। ਗੁਰ ਪ੍ਰਸਾਦ ਨਾਨਕ ਸਮਦ੍ਰਿਸ਼ਟਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਸਤਿਗੁਰਾਂ ਦੀ ਕਿਰਪਾ ਕਰਕੇ ਹੀ ਸਮਾਨ ਦ੍ਰਿਸ਼ਟੀ ਹੋਈ ਹੈ ਜਾਂ ਇੱਕਸਾਰ ਪਰਮੇਸ਼ਰ ਨੂੰ ਸਭ ਥਾਵਾਂ ਦੇ ਵਿੱਚ ਅਸਾਂ ਨੇ ਗੁਰਾਂ ਦੀ ਕਿਰਪਾ ਦੇ ਨਾਲ ਹੀ ਵਿਆਪਕ ਦੇਖਿਆ। ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨ ਹਰ ਪ੍ਰਭ ਬਿਨਾ ਨਹੀਂ ਜਾਣੀਐ। ਇਸ ਤੁਕ ਦੇ ਸਿਧਾਂਤ ਨਾਲ ਮਿਲਦੀ ਭਾਈ ਕਨਈਆ ਜੀ ਦੇ ਜੀਵਨ ਦੀ ਸਾਖੀ ਹੈ। ਭਾਈ ਕਨਈਆ ਸਾਹਿਬ ਜੀ ਧੰਮਣ ਗੋਤ ਦੇ ਖੱਤਰੀ ਗੁਰਸਿੱਖ ਸਨ ਜੋ ਨਾਮੀ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਵੇਲੇ ਗੁਰੂ ਕੇ ਲੰਗਰ ਦੇ ਵਿੱਚ ਜਲ ਢੋਣ ਦੀ ਸੇਵਾ ਕਰਿਆ ਕਰਦੇ ਸਨ। ਦਸ਼ਮੇਸ਼ ਪਿਤਾ ਜੀ ਵੇਲੇ ਸ੍ਰੀ ਅਨੰਦਪੁਰ ਸਾਹਿਬ ਦੇ ਜੰਗਾਂ ਯੁੱਧਾਂ ਦੇ ਮੌਕੇ ਜ਼ਖਮੀ ਸਿੱਖਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰਦੇ ਸਨ। ਇੱਕ ਵਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖਾਂ ਦਾ ਤੁਰਕਾਂ ਦੇ ਨਾਲ ਭਿਆਨਕ ਯੁੱਧ ਹੋ ਰਿਹਾ ਸੀ ਜਿਸ ਵਿੱਚ ਤੁਰਕਾਂ ਦੇ ਵੱਡੇ ਵੱਡੇ ਜਰਨੈਲ ਸੂਰਮੇ ਮੁਗਲ ਸਰਕਾਰ ਨੂੰ ਖੁਸ਼ ਕਰਨ ਲਈ ਆਪਣਾ ਪੂਰਾ ਤਾਣ ਲਾ ਰਹੇ ਸਨ। ਇਹਨਾਂ ਦੇ ਵਿੱਚੋਂ ਰੋਪੜ ਦਾ ਇੱਕ ਪਠਾਨ ਕਹਿੰਦਾ ਸੀ ਕਿ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲਿਆਵਾਂਗਾ। ਇਤਨੀ ਨਫ਼ਰਤ ਵਾਲਾ ਤੇ ਹੰਕਾਰੀ ਪਠਾਨ ਜਦ ਯੁੱਧ ਵਿੱਚ ਲੜਦਾ ਹੋਇਆ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਧਰਤੀ ਤੇ ਡਿੱਗ ਪਿਆ
ਤੇ ਪਾਣੀ ਪਾਣੀ ਪੁਕਾਰਨ ਲੱਗਾ, ਪਰ ਕਿਸੇ ਨੇ ਵੀ ਇਹਦੀ ਸਾਰ ਨਾ ਲਈ। ਇੰਨੇ 'ਚ ਭਾਈ ਕਨ੍ਹਈਆ ਜੀ ਇਹਦੀ ਪਾਣੀ ਪਾਣੀ ਦੀ ਪੁਕਾਰ ਸੁਣ ਕੇ ਇਹਦੇ ਕੋਲ ਆ ਗਏ। ਸਾਧ ਸੰਗਤ ਜੀਓ, ਮਸ਼ਕ ਦੇ ਵਿੱਚ ਪਾਣੀ ਪਾ ਕੇ ਵਰਤਾਉਂਦੇ ਸਨ। ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ 5 ਕਿਲੇ ਨੇ, 4 ਤਾਂ ਆਪਣੇ ਦੇਖੇ ਹੋਣਗੇ, ਪਰ 5ਵੇਂ ਕਿਲੇ ਤੇ ਕੋਈ ਕੋਈ ਪ੍ਰੇਮੀ ਜਾਂਦਾ। ਉਹ ਕਿਲੇ ਦਾ ਨਾਮ ਹੈ ਕਿਲਾ ਤਾਰਾਗੜ੍ਹ ਸਾਹਿਬ, ਜੋ ਸ੍ਰੀ ਅਨੰਦਪੁਰ ਸਾਹਿਬ ਤੋਂ 5 ਕਿਲੋਮੀਟਰ ਘੱਟੋ ਘੱਟ ਦੂਰ ਹੈ, ਵੱਧ ਹੀ ਹੋਵੇਗਾ। ਕੋਈ ਕੋਈ ਉੱਥੇ ਪੁੱਜਦਾ, ਬਿਲਕੁਲ ਟੀਸੀ ਤੇ ਪਹਾੜੀ ਦੇ ਉੱਪਰ ਹੈ। ਜਦ ਕਿਲਾ ਤਾਰਾਗੜ੍ਹ ਦੇ ਦਰਸ਼ਨ ਕਰਨ ਜਾਈਏ ਤਾਂ ਖੱਬੇ ਹੱਥ ਪਹਾੜੀ ਤੋਂ ਹੇਠਾਂ ਇੱਕ ਡਰੇਨ ਪੈਂਦੀ, ਨਦੀ ਪੈਂਦੀ ਹੈ, ਪਹਾੜੀ ਚੋਅ ਪੈਂਦਾ, ਉਹਦੇ ਵਿੱਚ ਦੀ ਪਹਿਲਾਂ ਲੰਘ ਕੇ ਜਾਈਦਾ ਸੀਗਾ। ਤੇ ਝੁੱਗੀਆਂ ਝੌਂਪੜੀਆਂ ਦੇ ਵਿੱਚ ਛੋਟਾ ਜਿਹਾ ਚਬੱਚਾ ਹੁੰਦਾ ਸੀ, ਸੀਮਟਡ ਬਣਿਆ ਹੋਇਆ। ਕੋਈ ਉੱਥੇ ਬੋਰ ਨਹੀਂ ਪਾਣੀ ਦਾ, ਕੋਈ ਉੱਥੇ ਹੈਂਡ ਪੰਪ ਨਹੀਂ, ਕੋਈ ਬੋਕੀ, ਕੋਈ ਹੈਂਡਲ ਦੀ ਲੋੜ ਨਹੀਂ। ਪਹਾੜੀ ਇਲਾਕਾ ਹੈ, ਉਹ ਛੋਟੇ ਜਿਹੇ ਚਬੱਚੇ 'ਚ ਪਾਣੀ ਮੁੱਕਦਾ ਹੀ ਨਹੀਂ ਸੀ। ਆਪਾਂ ਸਪੈਸ਼ਲ ਜਾਣਾ, ਝੌਂਪੜੀਆਂ ਵਾਲੇ ਲੋਕ ਉੱਥੋਂ ਪਾਣੀ ਲੈ ਕੇ ਜਾਂਦੇ, ਬੜਾ ਹੀ ਮਿੱਠਾ ਪਾਣੀ ਉੱਥੋਂ ਛਕ ਕੇ ਆਉਣਾ। ਕਹਿੰਦੇ ਵੀ ਇਹ ਭਾਈ ਕਨ੍ਹਈਆ ਜੀ ਦੀ ਬੌਲੀ ਸਾਹਿਬ ਹੈ। ਉਹ ਆਪਣੇ ਆਪ ਹੀ ਵਿੱਚੋਂ ਧਰਤੀ 'ਚੋਂ ਪਾਣੀ ਨਿਕਲਦਾ ਤੇ ਚਬੱਚਾ ਭਰਿਆ ਹੀ ਰਹਿੰਦਾ, ਉੱਪਰ ਨੂੰ ਵੀ ਨਹੀਂ ਆਉਂਦਾ ਤੇ ਮੁੱਕਦਾ ਵੀ ਨਹੀਂ। ਹੈਰਾਨੀ ਦੀ ਗੱਲ। ਨਿਸ਼ਕਾਮ ਸੇਵਾ ਵਾਲੇ ਇੰਗਲੈਂਡ ਬਰਮਿੰਘਮ ਤੋਂ ਸੰਤ ਮਹਿੰਦਰ ਸਿੰਘ ਜੀ, ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੋਨਾ ਲਵਾਉਣ ਦੀ ਸੇਵਾ ਕੀਤੀ, ਉਹਨਾਂ ਸੰਤਾਂ ਦੀ ਕਿਰਪਾ ਹੋਈ ਤੇ ਉਹਨਾਂ ਨਦੀ ਦੇ ਉੱਪਰ ਪੁਲ ਬਣਾ ਦਿੱਤਾ। ਬੜਾ ਸੋਹਣਾ ਪੁਲ ਬਣਿਆ ਹੋਇਆ, ਬੜੀ ਸੁੰਦਰ ਲੋਕੇਸ਼ਨ ਬਣਾ ਕੇ ਇੰਨਾ ਆਲੀਸ਼ਾਨ ਵਧੀਆ ਗੁਰਦੁਆਰਾ ਬਣਾਇਆ ਤੇ ਬੌਲੀ ਸਾਹਿਬ ਨੂੰ ਕਵਰ ਕਰਕੇ ਉੱਤੇ ਉਹਦੀ ਘੁੰਮਟ ਲਾ ਕੇ ਤੇ ਉਹਦੇ ਤੇ ਇਤਿਹਾਸ ਲਿਖ ਦਿੱਤਾ ਪੱਕਾ ਮਰਿਆਦਾ ਦੇ ਨਾਲ ਕਿ ਇਹ ਭਾਈ ਕਨ੍ਹਈਆ ਜੀ ਦੀ ਬੌਲੀ ਸਾਹਿਬ ਹੈ। ਭਾਈ ਸਾਹਿਬ ਉੱਥੋਂ ਜਲ ਭਰਦੇ ਸਨ ਮਸ਼ਕ ਦੇ ਵਿੱਚ, ਤੇ ਆਲੇ ਦੁਆਲੇ ਜੰਗ ਦੇ ਵਿੱਚ ਤੁਰ ਫਿਰ ਕੇ ਬਿਨਾਂ ਕਿਸੇ ਡਰ ਡੁੱਕਰ ਤੋਂ ਮੁਸਲਮਾਨਾਂ ਨੂੰ ਵੀ ਪਿਆਈ ਜਾਂਦੇ, ਸਿੰਘਾਂ ਨੂੰ ਤਾਂ ਭਲਾ ਪਿਆਉਣਾ ਹੀ ਹੈ। ਜਦ ਉਹ ਪਠਾਨ ਨੇ ਪਾਣੀ ਪਾਣੀ ਪੁਕਾਰਿਆ, ਭਾਈ ਸਾਹਿਬ ਦੇ ਕੋਲ ਆ ਗਏ। ਬਿਨਾਂ ਕਿਸੇ ਭਿੰਨ ਭੇਦ ਵਿਤਕਰੇ ਤੋਂ ਸਭ ਜ਼ਖਮੀ ਸੈਨਿਕਾਂ ਨੂੰ ਪਾਣੀ ਪਿਲਾ ਰਹੇ ਸੀ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਨਾ ਕੋਈ ਉਹਨਾਂ ਦੀ ਦ੍ਰਿਸ਼ਟੀ 'ਚ ਵੈਰੀ, ਨਾ ਹੀ ਕੋਈ ਬੇਗਾਨਾ ਸੀ। ਭਾਵ ਸਤਿਗੁਰਾਂ ਦੀ ਕਿਰਪਾ ਸਦਕਾ ਉਹਨਾਂ ਦੀ ਇੱਕ ਬਰਾਬਰ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਮਾਨ। ਹਵਾ ਨੇ ਕਦੀ ਵਿਤਕਰਾ ਕੀਤਾ? ਦੱਸੋ। ਉਹ ਮੁਸਲਮਾਨ ਨੂੰ ਵੀ ਉਸੇ ਤਰ੍ਹਾਂ ਲੱਗਦੀ ਹੈ, ਹਿੰਦੂ ਨੂੰ ਵੀ ਉਸੇ ਤਰ੍ਹਾਂ ਲੱਗਦੀ ਹੈ, ਸਿੱਖ ਨੂੰ ਵੀ ਉਸੇ ਤਰ੍ਹਾਂ ਲੱਗਦੀ ਹੈ। ਕਦੀ ਪਾਣੀ ਨੇ ਵਿਤਕਰਾ ਕੀਤਾ ਕਿ ਮੁਸਲਮਾਨ ਮੈਨੂੰ ਨਾ ਪੀਵੇ। ਜਿਵੇਂ 5 ਤੱਤਾਂ ਦੀ ਧਾਰਨਾ ਹੈ, ਅੱਗ ਸਭਨਾਂ ਨੂੰ ਠੰਡ ਦੇ ਵਿੱਚ ਗਰਮ ਕਰਕੇ ਸੇਕ ਦਿੰਦੀ ਹੈ, ਉਹਦਾ ਸੁਭਾਅ ਹੀ ਹੈ। ਭਾਵੇਂ ਮੁਸਲਮਾਨ ਉਹਦੇ ਕੋਲ ਚਲਾ ਜਾਏ, ਭਾਵੇਂ ਹਿੰਦੂ ਚਲਾ ਜਾਏ, ਉਹ ਸਭਨਾਂ ਨੂੰ ਹੀਟ ਕਰਦੀ ਹੈ, ਸਭਨਾਂ ਦੇ ਪ੍ਰਸ਼ਾਦੇ ਪਕਾਉਂਦੀ ਹੈ। ਇੰਜ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਇੱਕ ਬਰਾਬਰ ਹੋ ਜਾਂਦੀ ਹੈ। ਸੋ ਪਠਾਨ ਨੇ ਸਿੱਖ ਦਾ ਚਿਹਰਾ ਵੇਖਿਆ। ਭਾਈ ਕਨ੍ਹਈਆ ਜੀ ਦੀ ਜਿਹੜੀ ਮਸ਼ਕ ਸੀਗੀ ਉਹ ਚਮੜੇ ਦੀ ਸੀਗੀ, ਜਿਹਦੇ ਵਿੱਚ ਪਾਣੀ ਗਰਮ ਨਹੀਂ ਹੁੰਦਾ, ਠੰਡਾ ਰਹਿੰਦਾ ਹੈ। ਆ ਟਰੱਕਾਂ ਵਾਲਿਆਂ ਨੇ ਵੀ ਸਾਈਡ ਤੇ ਜਾਂ ਤਾਂ ਉਹ ਟਰੱਕ ਦੀ ਟਿਊਬ ਵੀ ਕੱਟ ਕੇ ਮਸ਼ਕ ਬਣਾਈ ਹੁੰਦੀ, ਜਾਂ ਚਮੜੇ ਦੀਆਂ ਸਪੈਸ਼ਲ ਟੰਗੀਆਂ ਹੁੰਦੀਆਂ ਨੇ। ਜਦ ਉਹਨੇ ਵੇਖਿਆ ਵੀ ਇਹ ਚਰਮ ਪਾਤਰ ਮਸ਼ਕ ਦੇ ਵਿੱਚ ਪਾਣੀ ਭਰਿਆ ਹੋਇਆ ਹੈ, ਉਹਨੇ ਘੜਿਆ ਕੇ ਬੇਨਤੀ ਕੀਤੀ, ਇਹ ਸਿੱਖਾ ਮੈਨੂੰ ਜੀ ਦਾਣ ਦੇ, ਮੇਰੇ ਮੂੰਹ 'ਚ ਪਾਣੀ ਪਾ।
ਉਹਨੇ ਜੀ ਦਾਨ ਮੰਗਿਆ। ਭਾਈ ਸਾਹਿਬ ਕਹਿਣ ਲੱਗੇ ਪਾਣੀ ਹਾਜ਼ਰ ਹੈ, ਪੀਓ, ਕੋਈ ਇਹਦੇ 'ਚ ਪਰੇਸ਼ਾਨੀ ਨਹੀਂ। ਮੈਂ ਕਦ ਨਾ ਕੀਤੀ ਹੈ, ਪਰ ਪਠਾਨ ਨੇ ਕਿਹਾ, ਇਹ ਸਿੱਖਾ ਬਾਹਾਂ ਟੁੱਟ ਚੁੱਕੀਆਂ ਨੇ, ਹੱਥ ਮੇਰੇ ਕੰਮ ਨਹੀਂ ਕਰਦੇ, ਮੈਂ ਆਪ ਉੱਠ ਕੇ ਪਾਣੀ ਨਹੀਂ ਪੀ ਸਕਦਾ। ਤਦ ਭਾਈ ਕਨ੍ਹਈਆ ਜੀ ਨੇ ਆਪਣੇ ਗੋਡੇ ਦਾ ਸਹਾਰਾ ਦੇ ਕੇ ਉਹਦਾ ਸਿਰ, ਉਹਦਾ ਮੂੰਹ ਤਾਂ ਨੂੰ ਚੁੱਕਿਆ ਤੇ ਹੱਥ ਜਿਸ ਤਰ੍ਹਾਂ ਨਿਆਣਿਆਂ ਦੇ ਮੂੰਹ ਨੂੰ ਲਾਈਦਾ ਰਾਹ ਜਾਂਦਿਆਂ ਪਾਣੀ ਪਿਆਉਣ ਲਈ, ਇਉਂ ਹੱਥ ਦੀ ਚੁਲੀ ਬਣਾ ਕੇ ਉਹਦੇ ਮੂੰਹ ਨੂੰ ਲਾਤੀ ਤੇ ਦੂਜੇ ਹੱਥ ਨਾਲ ਪਾਣੀ ਪਾਇਆ। ਉਹਨੇ ਪਾਣੀ ਪੀ ਕੇ ਸੋਚਿਆ, ਵਾਹ ਖੁਦਾ, ਮਾਰਨ ਵਾਲੇ ਵੀ ਸਿੱਖ ਤੇ ਪਾਣੀ ਪਿਲਾ ਕੇ ਬਚਾਉਣ ਵਾਲੇ ਵੀ ਸਿੱਖ, ਇੱਕ ਐਸੇ ਇਨਸਾਨ ਨੇ। ਫਿਰ ਭਾਈ ਕਨ੍ਹਈਆ ਜੀ ਦੇ ਦੱਸਣ ਤੋਂ ਸਮਝ ਆਈ ਕਿ ਇਹਨਾਂ ਦੇ ਲੜਨ ਤੇ ਸਾਡੇ ਲੜਨ 'ਚ ਬਹੁਤ ਫਰਕ ਹੈ। ਇਹ ਧਰਮ ਨਾਲ ਹੀ ਲੜਦੇ ਨੇ ਔਰ ਅਸੀਂ ਬੇਈਮਾਨੀ ਨਾਲ ਲੜਦੇ ਹਾਂ। ਕਾਸ਼ ਇਹੋ ਜਿਹੇ ਨਫ਼ਰਤ ਵਾਲੇ ਮੁਸਲਮਾਨ ਬਣਨ ਤੋਂ ਤਾਂ ਮੈਂ ਇੱਕ ਸਿੱਖ ਹੀ ਹੁੰਦਾ ਤਾਂ ਚੰਗਾ ਸੀ, ਜਿਨ੍ਹਾਂ 'ਚ ਇੰਨਾ ਪਿਆਰ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਸਮਝਾਇਆ, ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੇ। ਕੱਲ ਵੇਖੋ ਪੁਲਿਸ ਵਾਲਿਆਂ ਨੇ ਬੰਦਾ ਹੀ ਮਾਰ ਸੁੱਟਿਆ ਸਾਡਾ, ਇੱਕ ਵਿਚਾਰਾ ਕਿਸਾਨ ਨੌਜਵਾਨ, ਨਵਾਂ ਵਿਆਹਿਆ, ਘਰ ਵਾਲੀ ਵਿਚਾਰੀ ਘਰ ਡੀਕ ਰਹੀ ਹੈ, ਗੋਲੀ ਮਾਰ ਕੇ ਉਹਦਾ ਟਰੈਕਟਰ ਹੀ ਪਲਟਾ ਸੁੱਟਿਆ। ਕਿੰਨੇ ਨਿਰਦਈ ਲੋਕ ਨੇ। ਤੇ ਸਿੱਖਾਂ ਦੀਆਂ ਮੈਂ ਮੂਵੀਆਂ ਵੇਖੀਆਂ ਕਿਸਾਨਾਂ ਦੀਆਂ, ਉਹ ਜਿੰਨਾ ਪੁਰਾਣੀਆਂ ਡੰਡੇ ਮਾਰ ਮਾਰ ਸੁਰਤ ਬਦਲਾਤੀ ਉਹਨਾਂ ਦੀ, ਵਿਛਾੜਾਂ ਪਾ ਪਾ ਕੇ ਸਿਰ ਘੁਮਾਤਾ, ਰੋਕਾਂ ਲਾ ਲਾ ਕੇ ਜ਼ੋਰ ਲਵਾ ਸੁੱਟੇ। ਉਹਨਾਂ ਨੂੰ ਕਹਿੰਦੇ ਬੈਠੋ ਰੋਟੀਆਂ ਖਾਓ। ਉਹ ਵੀ ਮੰਨ ਗਏ ਵੀ ਸੱਚਮੁੱਚ ਹੀ ਜੇ ਹੈ ਤਾਂ ਗੁਰੂ ਕਾ ਲੰਗਰ ਸਿੱਖਾਂ ਦੇ ਕੋਲ ਹੀ ਹੈ, ਹੋਰ ਕਿਸੇ ਕੌਮ ਦੇ ਵਿੱਚ ਇਹ ਦਾਤ ਨਹੀਂ ਹੈ। ਗੁਰੂ ਕਲਗੀਧਰ ਮਹਾਰਾਜ ਦੇ ਲੰਗਰ ਦੇ ਵਿੱਚ ਵੀ ਜਦ ਸ਼ਾਮ ਨੂੰ ਨਗਾਰਾ ਖੜਕਦਾ ਤੇ ਮੁਸਲਮਾਨ ਵੀ ਆ ਕੇ ਪ੍ਰਸ਼ਾਦਾ ਛਕਣ ਬੈਠ ਜਾਂਦੇ ਪੰਗਤ ਦੇ ਵਿੱਚ। ਜਿਹੜੇ ਸਿੱਖ ਕਹਿੰਦੇ ਮਹਾਰਾਜ ਵੀ ਇਹਨਾਂ ਨੂੰ ਘੁਮਾਈਏ, ਮਰ ਕਹਿੰਦੇ ਨਹੀਂ ਭਾਈ, ਰੋਟੀ ਖਾਣ ਲੱਗਿਆ ਨਹੀਂ ਕਿਸੇ ਨੂੰ ਆਖੀਦਾ, ਭਾਵੇਂ ਦੁਸ਼ਮਣ ਵੀ ਆ ਜਾਏ ਉਹਨੂੰ ਵੀ ਪਾਣੀ ਪੁੱਛੋ ਬਿਠਾਓ, ਰੋਟੀ ਵੇਲੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਨਾ, ਪ੍ਰਸ਼ਾਦੀ ਦਾ ਸਭ ਅਧਿਕਾਰੀ ਹੈ, ਪ੍ਰਸ਼ਾਦਾ ਛਕਾਓ, ਗੱਲ ਕਰਨੀ ਆਪਾਂ ਦਿਨੇ ਕਰ ਲਾਂਗੇ। ਜਦੋਂ ਸਮਾਂ ਆਊਗਾ ਦਿਨ ਚੜ੍ਹੇ ਤੋਂ ਫਿਰ ਯੁੱਧ ਸ਼ੁਰੂ ਹੋ ਜਾਂਦਾ। ਉਹੀ ਜਿਨ੍ਹਾਂ ਨੂੰ ਰੋਟੀਆਂ ਖਵਾਈਆਂ, ਪਾਣੀ ਪਿਆਇਆ, ਉਹੀ ਕਿਰਪਾਨਾਂ ਲੈ ਕੇ ਸਾਹਮਣੇ ਆ ਜਾਂਦੇ। ਤੇ ਇਸ ਵਾਸਤੇ ਜਿਹੜੀ ਸਿੱਖ ਕੌਮ ਹੈ, ਇੱਕੋ ਇੱਕ ਵਾਹਿਗੁਰੂ ਦੀ ਕਿਰਪਾ ਵਾਲੀ ਗੁਰੂ ਸਾਹਿਬਾਂ ਨੇ ਐਸੀ ਬਣਾਈ ਹੈ ਕਿ ਕਿਸੇ ਦੇ ਪਰਉਪਕਾਰ ਨੂੰ ਭੁੱਲਦੀ ਨਹੀਂ। ਮਲੇਰ ਕੋਟਲੀ ਨਵਾਬ ਸ਼ੇਰ ਅਫਗਨ ਖਾਨ ਨੇ ਸਿਰਫ ਹਾਂ ਦਾ ਹੀ ਨਾਰਾ ਮਾਰਿਆ ਸੀ, ਇੰਨਾ ਹੀ ਆਖਿਆ ਕਿ ਸ਼ੀਰ ਖੋਰ ਦੰਦੀਆਂ ਦਾ ਭਲਾ ਕੀ ਕਸੂਰ ਹੈ, ਛੋਟੇ ਛੋਟੇ ਬੱਚੇ ਨੇ, ਕੀ ਕਸੂਰ ਹੈ। ਇਹ ਨਵਾਬ ਵਜ਼ੀਰ ਖਾਂ, ਜੇ ਬਦਲਾ ਲਾਂਗੇ ਤਾਂ ਗੁਰੂ ਗੋਬਿੰਦ ਸਿੰਘ ਕੋਲੋਂ ਲਵਾਂਗੇ। ਕਹਿੰਦਾ ਸੀ ਨਾ ਤੇਰਾ ਭਰਾ ਮਾਰਿਆ ਚਮਕੌਰ ਦੀ ਜੰਗ ਵਿੱਚ, ਬਦਲਾ ਲੈ ਲਾ, ਉਹਦੇ ਬੱਚੇ ਮਾਰ ਕੇ ਤਿਆਰ ਕਰ ਰਿਹਾ ਸੀ, ਉਕਸਾ ਰਿਹਾ ਸੀ ਵੀ ਸ਼ਹੀਦ ਤਾਂ ਕਰਨਾ ਹੀ ਹੈ, ਮੈਂ ਇਹਦੇ ਸਿਰ ਕਤਲ ਮੜ ਦਿਆਂ। ਉਹ ਕਹਿੰਦਾ ਨਹੀਂ, ਮੈਂ ਇੰਨਾ ਗਿਰਿਆ ਹੋਇਆ ਇਨਸਾਨ ਨਹੀਂ ਆ, ਇਹ ਤਾਂ ਸ਼ੀਰ ਖੋਰ ਦਿੰਦੀਆਂ ਦੁੱਧ ਪੀਂਦੇ ਬੱਚੇ ਨੇ, ਜੇ ਕਿਤੇ ਗੁਰੂ ਗੋਬਿੰਦ ਸਿੰਘ ਸਾਹਮਣੇ ਆਇਆ ਮੈਂ ਉਹਦੇ ਤੋਂ ਬਦਲਾ ਲਵਾਂਗਾ, ਤੂੰ ਹੀ ਬੱਚਿਆਂ ਨੂੰ ਛੱਡ ਦੇ। ਸਿਰਫ ਇੰਨਾ ਹੀ ਕਹਿਣ ਦੇ ਨਾਲ ਸਿੱਖਾਂ ਨੇ ਵੇਖੋ ਅੱਜ ਤੱਕ ਉਹਦਾ ਪਰਉਪਕਾਰ ਨਹੀਂ ਭੁਲਾਇਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਭਨਾਂ ਦੀਆਂ ਗੋਡੀਆਂ ਲਵਾਤੀਆਂ, ਮਾਰ ਮਾਰ ਕੇ ਮਾਰ ਸਮਾਣਾ ਮਿੱਟੀ ਵਿੱਚ ਮਿਲਾਤਾ ਸਿੰਘਾਂ ਨੇ। ਜਿੱਥੋਂ ਦੇ ਜਲਾਦ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕਰਨ ਵਾਲਾ ਜਲਾਲਉਦੀਨ, ਗਾਂ ਫਿਰ ਉਹਦੇ ਪੁੱਤ ਪੋਤਰੇ ਜਿਨ੍ਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਚਿਣ ਕੇ ਸ਼ਹੀਦ ਕੀਤਾ। ਸਾਧ ਸੰਗਤ ਜੀਓ, ਸ਼ਾਸ਼ਕ ਖਾਂ ਤੇ ਬਾਸ਼ਕ ਖਾਂ ਸਨ, ਉਹ ਸਾਰਾ ਸਮਾਣਾ ਭਾਈ ਸਾਹਿਬ ਨੇ ਪੁੱਟ ਸੁੱਟਿਆ, ਸਰਹੰਦੀ ਇੰਟਰਨੈਟ ਖੜਕਾ ਦਿੱਤੀ, ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਖਤਮ ਕਰ ਦਿੱਤਾ, ਬੁਰੀ ਤਰ੍ਹਾਂ ਮਾਰਿਆ। ਪਰ ਮਲੇਰ ਕੋਟਲੇ ਤੇ ਸਿੱਖਾਂ ਨੇ ਹਮਲਾ ਨਹੀਂ ਕੀਤਾ ਅੱਜ ਤੱਕ ਵੀ। ਉਤੇ ਹਾਂ ਦਾ ਨਾਰਾ ਗੁਰਦੁਆਰਾ ਸਾਹਿਬ ਬਣਾਤਾ, ਵੇਖੋ ਕਿਆ ਸੋਹਣਾ।
ਉਹਨਾਂ ਦੀ ਅਮਰ ਯਾਦ ਕਰ ਦਿੱਤੀ। ਸਿਰਫ ਇੱਕੋ ਹੀ ਗੱਲ ਆਖੀ ਮੂੰਹ ਤੋਂ, ਇਹ ਕਹਿ ਕੇ ਤੇ ਉਹ ਰੋਸ ਦੇ ਵਿੱਚ ਉੱਥੋਂ ਮੀਟਿੰਗ ਛੱਡ ਕੇ ਚਲੇ ਗਏ। ਆਪ ਦਾ ਰੋਸ ਜਤਾਇਆ ਵੀ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ। ਅੱਜ ਤੱਕ ਉਹਨਾਂ ਦਾ ਪਰਉਪਕਾਰ ਸਿੱਖ ਕੌਮ ਮੰਨਦੀ ਹੈ। ਜੇ ਸਭ ਤੋਂ ਜ਼ਿਆਦਾ ਮੁਸਲਮਾਨ ਨੇ ਪੰਜਾਬ ਦੇ ਵਿੱਚ ਤਾਂ ਮਲੇਰਕੋਟਲੇ ਨੇ, ਔਰ ਬੜੇ ਖੁਸ਼ਹਾਲ ਨੇ। ਉੱਥੋਂ ਦਾ ਜਿਹੜਾ MP ਬਣਦਾ ਉਹ ਵੀ ਮੁਸਲਮਾਨ ਹੀ ਬਣਦਾ ਹੈ। ਏਡੀ ਇਹ ਕੌਮ ਚੜ੍ਹਦੀ ਕਲਾ ਵਾਲੀ। ਤੇ ਪਰ ਇਹ ਲੋਕ ਜਿਹੜੇ ਕਿਰਤਕਾਨ ਨੇ, ਰੋਟੀਆਂ ਖਾ ਕੇ ਪਾਣੀ ਪੀ ਕੇ ਵੀ ਪਰਉਪਕਾਰ ਯਾਦ ਨਹੀਂ ਰੱਖਦੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਵੇਖੋ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਚੋਂ ਰਿਹਾ ਕਰਾਇਆ ਤੇ ਥੋੜੇ ਕੁ ਚਿਰ ਬਾਅਦ ਹੀ ਭੀਮ ਚੰਦ ਵਰਗੇ ਭੁੱਲ ਗਏ ਵੀ ਸਾਡੇ ਦਾਦੇ ਪੜਦਾਦੇ ਗੁਰੂ ਦੇ ਪਰਉਪਕਾਰ ਸਦਕਾ ਬਾਹਰ ਆਏ ਸਨ। ਉਹਨਾਂ ਨੇ ਫੌਜ ਚੜਾ ਕੇ ਲਿਆਂਦੀ। ਇੰਜ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿੱਖਾਂ ਦੀ ਕਿਰਪਾ ਹੈ। ਇਹ ਗੁਰੂ ਸਾਹਿਬ ਦੀ ਦੇਣ ਹੈ। ਜਿਸ ਵਕਤ ਭਾਈ ਕਨ੍ਹਈਆ ਜੀ ਨੇ ਜਲ ਛਕਾਇਆ ਉਹਦੇ ਤੇ ਬਹੁਤ ਭਾਰੀ ਅਸਰ ਹੋਇਆ। ਇਹ ਸਭ ਕੁਝ ਸਿੱਖਾਂ ਨੇ ਵੇਖ ਲਿਆ ਕਿ ਦੁਸ਼ਮਣਾਂ ਨੂੰ ਪਾਣੀ ਪਿਲਾ ਕੇ ਫਿਰ ਤਗੜੇ ਕਰ ਦਿੰਦਾ ਸਾਡੇ ਲਈ ਲੜਨ ਲਈ। ਸਤਿਗੁਰੂ ਜੀ ਦੇ ਕੋਲ ਭਾਈ ਕਨ੍ਹਈਆ ਜੀ ਦੀ ਸ਼ਿਕਾਇਤ ਕਰ ਦਿੱਤੀ ਕਿ ਮਹਾਰਾਜ ਜੀ ਅਸੀਂ ਦੁਸ਼ਮਣ ਦੇ ਨਾਲ ਲੋਹਾ ਲੈ ਕੇ ਉਹਨਾਂ ਨੂੰ ਮਾਰਦੇ ਜਾਂ ਜ਼ਖਮੀ ਕਰਕੇ ਸੁੱਟਦੇ ਹਾਂ, ਪਰ ਇੱਕ ਕਨ੍ਹਈਆ ਨਾਮ ਦਾ ਸਿੱਖ ਪਤਾ ਨਹੀਂ ਵਿਕ ਗਿਆ ਹੈ। ਉਹਨਾਂ ਨੂੰ ਪਾਣੀ ਪਿਲਾ ਪਿਲਾ ਕੇ ਦੁਬਾਰਾ ਜਿਉਂਦੇ ਕਰੀ ਜਾ ਰਿਹਾ। ਇਹਨੂੰ ਬੁਲਾ ਕੇ ਪੁੱਛੋ ਤੇ ਸਮਝਾਓ। ਅੰਤਰਜਾਮੀ ਸਤਿਗੁਰੂ ਭਾਵੇਂ ਸਭ ਕੁਝ ਜਾਣਦੇ ਸੀ, ਪਰ ਭਾਈ ਕਨ੍ਹਈਆ ਜੀ ਦੀ ਅਵਸਥਾ ਸਿੱਖਾਂ ਨੂੰ ਦਿਖਾਉਣ ਲਈ ਕਹਿੰਦੇ ਜਾਓ ਬੁਲਾ ਕੇ ਲਿਆਓ। ਬੁਲਾ ਕੇ ਪੁੱਛਿਆ, ਕਹਿੰਦੇ ਭਾਈ ਸਿੱਖਾ ਤੇਰੀ ਸ਼ਿਕਾਇਤ ਆਈ ਹੈ ਕਿ ਤੂੰ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਈ ਜਾਂਦਾ। ਕਹਿੰਦੇ ਹੀ ਅੰਤਰਜਾਮੀ ਸਤਿਗੁਰੂ ਜੀ ਤੁਸੀਂ ਤਾਂ ਭਲਾ ਜਾਣੀ ਜਾਣੋ, ਇਹਨਾਂ ਨੂੰ ਤਾਂ ਭਾਵੇਂ ਨਹੀਂ ਇੰਨਾ ਗਿਆਨ। ਮੇਰੇ ਲਈ ਮਿੱਤਰ ਦੁਸ਼ਮਣ ਇੱਕ ਬਰਾਬਰ ਨੇ। ਮੈਂ ਕਿਸੇ ਮਿੱਤਰ ਨੂੰ ਪਾਣੀ ਨਹੀਂ ਪਿਲਾਇਆ, ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ। ਇਹ ਸੱਚੇ ਪਾਤਸ਼ਾਹ ਜਿਸ ਵਕਤ ਮੈਂ ਪਾਣੀ ਪਿਲਾਉਂਦਾ ਮੈਨੂੰ ਨਹੀਂ ਕੁਝ ਦਿਖਦਾ ਵੀ ਮੈਂ ਕਿਹਨੂੰ ਪਿਲਾ ਰਿਹਾ। ਸੇ ਕਹਿਣ ਲੱਗੇ ਜੀ ਵੇਖੋ ਇਹ ਮੁਸਲਮਾਨਾਂ ਨੂੰ ਪਾਣੀ ਪਿਲਾਉਂਦਾ ਹੈ, ਝੂਠ ਬੋਲਦਾ, ਤੁਹਾਡੇ ਸਾਹਮਣੇ ਗੱਲ ਘੁਮਾ ਫਿਰਾ ਕੇ ਕਰ ਰਿਹਾ, ਇਹਨੂੰ ਮਨਾਓ। ਅਸੀਂ ਆਪ ਇਹਨੂੰ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ ਦੇਖਿਆ। ਮਹਾਰਾਜ ਨੇ ਉਹਨਾਂ ਨੂੰ ਆਖਿਆ ਵੀ ਤੁਸੀਂ ਚੁੱਪ ਰਹੋ, ਗੱਲ ਤਾਂ ਸੁਣੋ ਇਹਦੀ। ਕਹਿੰਦੇ ਦੱਸ ਭਾਈ ਕਨ੍ਹਈਆ ਕੀ ਕਾਰਨ ਹੈ। ਭਾਈ ਕਨ੍ਹਈਆ ਜੀ ਨੇ ਕਿਹਾ हे ਸਤਿਗੁਰੂ ਜੀ ਤੁਹਾਡੀ ਮੇਰੇ ਤੇ ਕਿਰਪਾ ਹੈ, ਆਪ ਦੀ ਰਹਿਮਤ ਦਾ ਸਦਕਾ, ਆਪ ਦੀ ਕਿਰਪਾ ਦਾ ਸਦਕਾ ਮੇਰੀ ਬਿਰਤੀ ਹੋਈ ਐਸੀ ਹੋ ਗਈ ਹੈ। ਜਹ ਜਹ ਵੇਖੋ ਤਹ ਹਜੂਰ ਦੂਰ ਕਤੋ ਹੋ ਨਾ ਜਾਈ, ਰਬ ਰਹਿਆ ਸਰਬਤਰ ਮੈਂ ਮਨ ਸਦਾ ਤੇ ਆਈ। ਮੈਂ ਜਿੱਧਰ ਵੀ ਦੇਖਦਾ ਉਧਰ ਹੀ ਮੈਨੂੰ ਤੁਹਾਡਾ ਚਿਹਰਾ ਨਜ਼ਰੀ ਆਉਂਦਾ। ਭਾਈ ਨੰਦ ਲਾਲ ਦਾ ਇਹ ਬਚਨ ਹੈ, ਰੂਹ ਦਰ ਹਰ ਜਿਸਮ ਗੁਰ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰ ਗੋਬਿੰਦ ਸਿੰਘ। ਜੇਕਰ ਤੁਸੀਂ ਮੇਰੇ ਕੋਲ ਪਾਣੀ ਮੰਗੋ, ਫੱਟੜ ਹੋਏ ਬੁੱਕ ਕੱਢ ਕੇ ਪਾਣੀ ਮੰਗੋ, ਤੇ ਮੈਂ ਮਹਾਰਾਜ ਆਪ ਦੀ ਬੁੱਕ 'ਚ ਨਾ ਪਾਣੀ ਪਾਵਾਂ ਕਿ ਮੈਂ ਤੁਹਾਨੂੰ ਪਿਲਾਵਾਂ ਨਾ? ਇਹ ਕਿਵੇਂ ਹੋ ਸਕਦਾ? ਇਹ ਸੁਣ ਕੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ ਤੇ ਖੁਸ਼ ਹੋ ਕੇ ਆਪਣੇ ਕੋਲੋਂ ਮਲਮ ਵੀ ਦਿੱਤੀ, ਪੱਟੀ ਵੀ ਦਿੱਤੀ। ਉਹ ਗੁਰੂ ਜੀ ਦੇ ਕੋਲ ਇਹੋ ਜਿਹੀ ਮਲਮ ਸੀਗੀ, ਇਤਿਹਾਸ ਦੇ ਵਿੱਚ ਸਾਲ ਪੱਤਰ ਵੀ ਆਉਂਦਾ। ਸਾਲ ਪੱਤਰ ਇੱਕ ਇਹੋ ਜਿਹੀ ਦਵਾਈ ਸੀਗੀ ਕਿ ਜਦ ਸਿੰਘ ਫੱਟੜ ਹੋ ਕੇ ਗੁਰੂ ਸਾਹਿਬ ਦੇ ਕੋਲ ਆਉਂਦੇ ਮਹਾਰਾਜ ਦੇ ਦਰਸ਼ਨ ਕਰਨ, ਸਤਿਗੁਰੂ ਜੀ ਆਪ ਦੇ ਹੱਥਾਂ ਨਾਲ ਉਹਨਾਂ ਤੇ ਮਲਮ ਲਾਉਂਦੇ ਜ਼ਖਮਾਂ ਦੇ। ਨਾਲੇ ਤਾਂ ਗਰਮ ਗਰਮ ਕੜਾਹ ਪ੍ਰਸ਼ਾਦ ਦੇਸੀ ਘਿਓ ਦਾ ਉਹਨਾਂ ਨੂੰ ਬਣਾ ਕੇ ਛਕਾਉਂਦੇ।
ਜੋ ਉਹਨਾਂ ਦੀਆਂ ਦਰਦਾਂ ਥਕਾਵਟ ਦੂਰ ਕਰ ਦਿੰਦੇ, ਤੇ ਜ਼ਖਮਾਂ ਤੇ ਮਲਮ ਲਾ ਕੇ ਜਦ ਗੁਰੂ ਸਾਹਿਬ ਕਿਰਪਾ ਭਰੀ ਨਿਗਾਹ ਪਾਉਂਦੇ, ਉਹ ਰਾਤੋਂ ਰਾਤ ਹੀ ਠੀਕ ਹੋ ਜਾਂਦੇ। ਜਿੰਨਾ ਮਰਜ਼ੀ ਜ਼ਖਮ ਹੁੰਦਾ, ਸਵੇਰੇ ਫੇਰ ਉਹ ਜੰਗ ਕਰਨ ਨੂੰ ਤਕੜੇ ਹੋ ਜਾਂਦੇ। ਐਸੀ ਮਹਾਰਾਜ ਦੀ ਉਹ ਮਲਮ ਸੀਗੀ। ਪੱਟੀ ਵੀ ਦਿੱਤੀ ਕਿ ਲੋੜ ਪੈਣ ਤੇ ਇਹ ਤੂੰ ਸੇਵਾ ਕਰਿਆ ਕਰ। ਸੋ ਜਿੰਨੀਆਂ ਵੀ ਰੈੱਡ ਕਰਾਸ ਸੁਸਾਇਟੀਆਂ ਚੱਲਦੀਆਂ ਨੇ ਫ੍ਰੀ ਇਲਾਜ, ਇਹ ਸਭ ਭਾਈ ਕਨ੍ਹਈਆ ਜੀ ਦੀ ਸੰਪਰਦਾ ਰੈੱਡ ਕਰਾਸ ਵਾਲੀ। ਸੋ ਇੰਜ ਭਾਈ ਕਨ੍ਹਈਆ ਜੀ ਗੁਰਾਂ ਦੀ ਕਿਰਪਾ ਸਦਕਾ ਤੇ ਸਭਨਾਂ ਦੇ ਵਿੱਚ ਇੱਕ ਬ੍ਰਹਮ ਨੂੰ ਦੇਖਦੇ। ਗੁਰ ਪ੍ਰਸਾਦ ਨਾਨਕ ਸਮਦ੍ਰਿਸ਼ਟਾ, ਗੁਰੂ ਦੀ ਕਿਰਪਾ ਹੋਈ, ਉਹਨਾਂ ਦੀ ਇੱਕ ਬਰਾਬਰ ਸਮਦ੍ਰਿਸ਼ਟੀ ਹੋ ਗਈ। ਗੌਂਡ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੌਂਡ ਰਾਗ ਦੇ ਵਿੱਚ ਸ਼ੋਭ ਭਾਵਨ ਫੁਰਮਾਨ ਕਰਦੇ ਹਨ। ਫਾਕਿਓ ਮੀਨ ਕਪਕ ਕੀ ਨਿਆਈ। ਸਤਿਗੁਰਾਂ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਕਿ ਇਹ ਸਤਿਗੁਰੂ ਜੀ, ਸਾਡਾ ਮਨ ਸਮਦ੍ਰਿਸ਼ਟੀ ਵਿੱਚ ਕਿਉਂ ਨਹੀਂ ਆਉਂਦਾ ਜੀ, ਵਾਹਿਗੁਰੂ ਨੂੰ ਕਿਉਂ ਨਹੀਂ ਦੇਖਦਾ। ਇਹ ਸੁਣ ਕੇ ਸਤਿਗੁਰਾਂ ਨੇ ਪਾਵਨ ਸ਼ਬਦ ਉਚਾਰਿਆ, ਇਹ ਮਨਾ, ਮਾਸ ਦੇ ਲਾਲਚ ਕਾਰਨ ਜਾਲ ਦੇ ਵਿੱਚ ਫਸੇ ਹੋਏ ਮੱਛ ਅਤੇ ਛੋਲਿਆਂ ਦੀ ਮੁੱਠੀ ਦੇ ਲਾਲਚ ਕਾਰਨ ਫਸੇ ਹੋਏ ਬਾਂਦਰ ਦੀ ਤਰ੍ਹਾਂ ਤੂੰ ਵੀ ਤੋ ਉਰਜਾ ਰਹਿਓ ਕੁਸੁਮ ਭਾਇਲੇ। ਕੁਸੁੰਬੇ ਰੰਗਵਾਤ ਜੋ ਨਾਸ਼ਵਨ ਪਦਾਰਥ ਨੇ, ਉਹਨਾਂ ਦੇ ਵਿੱਚ ਤੂੰ ਫਸ ਰਿਹਾ ਹੈ। ਸੋ ਜਿਸ ਤਰ੍ਹਾਂ ਹੋਰ ਜਗ੍ਹਾ ਵੀ ਕਬੀਰ ਸਾਹਿਬ ਜੀ ਦੀ ਇਹ ਉਦਾਹਰਨ ਆਈ ਹੈ ਕਿ ਜਿਹੜਾ ਬਾਂਦਰ ਹੈ ਉਹ ਕੁੱਜੀ ਦੇ ਵਿੱਚ ਫੜਨ ਵਾਲੇ ਛੋਲੇ ਪਾ ਕੇ ਰੱਖਦੇ ਨੇ। ਮਰਕਟ ਮੁਸਤੀ ਅਨਾਜ ਕੀ ਮਨ ਬਉਰਾਰੇ, ਚਲਤ ਰਚਿਓ ਜਗਦੀਸ਼। ਇਹ ਵਾਹਿਗੁਰੂ ਜਗਦੀਸ਼ ਮਾਲਕ ਨੇ ਇਹੋ ਜਿਹਾ ਕੌਤਕ ਮਾਇਆ ਦਾ ਤਮਾਸ਼ਾ ਲਾਇਆ ਹੋਇਆ ਹੈ। ਜਿਵੇਂ ਬਾਂਦਰ ਆਉਂਦਾ ਤਾਂ ਫੁੱਲੀਆਂ ਖਾਣ, ਛੋਲੇ ਖਾਣ, ਜਦੋਂ ਕੁੱਜੀ ਦੇ ਵਿੱਚ ਹੱਥ ਪਾ ਕੇ ਤੇ ਮੁੱਠੀ ਭਰ ਲੈਂਦਾ, ਇੰਨਾ ਲਾਲਚ ਹੈ ਕਿ ਉਹ ਮੁੱਠੀ ਨਹੀਂ ਛੱਡਦਾ। ਫੜਨ ਵਾਲੇ ਉਹਨੂੰ ਫੜ ਲੈਂਦੇ ਨੇ, ਜੇ ਮੁੱਠੀ ਛੱਡ ਦੇ ਤੇ ਭੱਜ ਜਾਏ। ਇੰਜ ਬੰਦਾ ਮਾਇਆ ਨੂੰ ਇਹੋ ਜਿਹੀ ਮੁੱਠੀ ਪਾਉਂਦਾ ਕਿ ਛੱਡੀ ਨਹੀਂ ਜਾਂਦੀ, ਫਸਿਆ ਹੀ। ਜਿਵੇਂ ਮੱਖੀ ਮਿੱਠਾ ਮਰਨਾ, ਜਿਹੜੀ ਮੱਖੀ ਹੈ ਉਹ ਮਿੱਠੇ ਦੇ ਉੱਪਰ ਖਾਣ ਲਈ ਲਾਲਚ ਲਈ ਬੈਠਦੀ ਹੈ, ਵਿੱਚ ਉਹਦੇ ਆ ਪੈਰ ਧਸ ਜਾਂਦੇ, ਮਿੱਠੇ ਜੀ ਮਰ ਮੁਰ ਜਾਂਦੀ। ਮੱਕੜੀ ਆਪੇ ਹੀ ਜਾਲਾ ਬੁਣਦੀ ਹੈ, ਵਿੱਚ ਆਪੇ ਹੀ ਫਸ ਕੇ ਮਰ ਜਾਂਦੀ। ਇਉਂ ਜਿਹੜੀ ਸ੍ਰਿਸ਼ਟੀ ਹੈ, ਪਲਚ ਪਲਚ ਸਗਲੀ ਮੋਈ, ਝੂਠਾ ਧੰਦੇ ਮੋਹ, ਝੂਠੇ ਧੰਦਿਆਂ ਦੇ ਮੋਹ ਦੇ ਵਿੱਚ, ਪਦਾਰਥਾਂ ਦੇ ਵਿੱਚ ਫਸ ਫਸ ਕੇ ਮਰ ਰਹੀ ਹੈ। ਇਹ ਬਾਂਦਰ ਦੀ ਤਰ੍ਹਾਂ ਇਹਨਾਂ ਦਾ ਸੁਭਾਅ ਹੈ। ਇਸੇ ਪ੍ਰਕਾਰ ਵਾਕਿਓ ਮੀਨ ਕਪਕ ਕੀ ਨਿਆਈ। ਇਹ ਮਨਾ, ਜਿਵੇਂ ਮੱਛ ਲਾਲਚ ਕਾਰਨ ਜਾਲ ਵਿੱਚ ਫਸ ਜਾਂਦਾ, ਇਸੇ ਤਰ੍ਹਾਂ ਤੂੰ ਵੀ ਲਾਲਚਵਸ ਹੋ ਕੇ ਮੋਹ ਰੂਪੀ ਜਾਲ ਵਿੱਚ ਫਸਿਆ ਹੋਇਆ। ਮਛਲੀ ਜਾਲ ਨਾ ਜਾਣਿਆ, ਸਰ ਖਾਰਾ ਯਸ ਗਾਹੋ, ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇਸਾਹੋ। ਮਛਲੀ ਨੇ ਜਾਲ ਨਹੀਂ ਜਾਣਿਆ, ਹੈ ਤੇ ਬੜੀ ਸਿਆਣੀ ਸੀਗੀ, ਪਰ ਵਿਸਾਹ ਪਤਾ ਨਹੀਂ ਕਿਉਂ ਕਰ ਗਈ। ਉਹ ਖਾਣ ਦੇ ਲਾਲਚ ਨੂੰ ਜਾਲ ਦੇ ਵਿੱਚ ਫਸ ਗਈ। ਇੰਜ ਹੇ ਜੀਵ, ਤੂੰ ਲਾਲਚਵਸ ਹੋ ਕੇ ਮੋਹ ਰੂਪੀ ਜਾਲ 'ਚ ਫਸਿਆ ਹੋਇਆ। ਜਿਵੇਂ ਬਾਂਦਰ ਛੋਲਿਆਂ ਦੀ ਮੁੱਠ ਲਈ ਕੁੱਜੀ 'ਚ ਆਪਣਾ ਹੱਥ ਫਸਾ ਲੈਂਦਾ, ਇਸ ਤਰ੍ਹਾਂ ਤੂੰ ਵੀ ਵਿਸ਼ੇ ਰੂਪ ਚਣਿਆਂ ਨੂੰ ਖਾਣ ਦੀ ਲਾਲਚ ਕਰਕੇ ਵਿਵਸਥਾ ਇਸਤਰੀ ਰੂਪ ਕੁੱਜੀ ਦੇ ਵਿੱਚ ਫਸ ਗਈਆਂ। ਜਾਂ ਆਪਦਾ ਘਰ ਤਾਂ ਮਾੜਾ ਮਹਾਰਾਜ ਨੇ ਆਖਿਆ ਹੀ ਨਹੀਂ, ਬਗਾਨੇ ਘਰਾਂ ਦੇ ਵਿੱਚ ਫਸ ਗਈਆਂ। ਇਉਂ ਤਾਂ ਕੁਸੁੰਬੇ ਰੰਗ ਦੀ ਤਰ੍ਹਾਂ ਮਿਥਿਆ ਪਦਾਰਥ ਦੇ ਵਿੱਚ
ਫਸਿਆ ਪਿਆ ਹੈ। ਤੂਰਜ ਰਹਿਓ ਕੁਸੁਮ ਭਾਇਲੇ। ਕੁਸੁੰਭੇ ਰੰਗ ਦੀ ਤਰ੍ਹਾਂ ਵਿਸ਼ਿਆਂ ਦਾ ਜਿਹੜਾ ਆਨੰਦ ਹੈ ਛਿਣ ਭੰਗਰ ਹੈ। ਸਾਧ ਸੰਗਤ ਜੀਓ, ਗ੍ਰੰਥਾਂ ਦੇ ਵਿੱਚ ਲਿਖਿਆ ਹੈ ਵਿਸ਼ੇ ਆਨੰਦ ਸੰਸਾਰ ਹੈ। ਇੱਕ ਪਾਣੀ ਦੇ ਭਰੇ ਹੋਏ ਗਲਾਸ ਦੀ ਤਰ੍ਹਾਂ ਸੰਸਾਰ ਨੂੰ ਵਿਸ਼ਿਆਂ ਦਾ ਆਨੰਦ ਹੈ। ਉਹ ਜਿਹੜਾ ਗਲਾਸ ਹੈ ਪਾਣੀ ਵਾਲਾ ਡੁੱਲ ਵੀ ਸਕਦਾ ਹੈ, ਠੰਡਾ ਤੱਤਾ ਵੀ ਹੋ ਜਾਂਦਾ। ਇਉਂ ਡੁੱਲਣ ਦੀ ਤਰ੍ਹਾਂ ਇੱਕ ਸਰੀਰ ਨੇ ਵਿਛੜ ਜਾਣਾ, ਠੰਡੇ ਤੱਤੇ ਦੀ ਤਰ੍ਹਾਂ ਬਿਮਾਰੀ ਗ੍ਰਸਤ ਹੋ ਜਾਣਾ। ਵਿਸ਼ੇ ਆਨੰਦ ਸੰਸਾਰ ਹੈ, ਭਜਨ ਆਨੰਦ ਹਰਿਦਾਸ। ਭਜਨ ਦਾ ਆਨੰਦ ਹਰੀ ਦੇ ਦਾਸਾਂ ਨੂੰ ਹੈ, ਜੋ ਕਿ ਬਰਸਾਤੀ ਨਾਲੇ ਦੀ ਤਰ੍ਹਾਂ ਹੈ। ਜਿੰਨਾ ਚਿਰ ਬਰਸਾਤ ਪੈਂਦੀ ਹੈ, ਆ ਜਲੰਧਰ ਜ਼ਿਲ੍ਹੇ ਦੇ ਵਿੱਚ ਚੋਅ ਨੇ ਚੋਅ, ਉਹਨਾਂ ਚਿਰ ਉਹ ਨਾਲੇ ਵਗਦੇ ਨੇ, ਮੁੜ ਕੇ ਫਿਰ ਸੁੱਕ ਜਾਂਦੇ ਨੇ। ਇਉਂ ਜਿੰਨਾ ਚਿਰ ਭਜਨ ਕਰਦਾ ਰਿਹਾ ਉਹਨਾਂ ਚਿਰ ਤਾਂ ਆਨੰਦ ਬਣਿਆ ਰਿਹਾ। ਜਿਉਂ ਹੀ ਜੋੜੇ ਜਰਾਬਾਂ ਪਾਈਆਂ, ਮੂੰਹ ਘਰ ਵੱਲ ਨੂੰ ਹੋ ਗਿਆ, ਸਭ ਕੁਛ ਹੀ ਭੁੱਲ ਗਿਆ। ਇਹ ਸਾਡੀ ਹਾਲਤ ਹੈ। ਕੋਈ ਹੁਕਮਨਾਮਾ ਵੀ ਪੁੱਛੇ, ਸਾਨੂੰ ਖੁਦ ਆਪ ਨਹੀਂ ਯਾਦ ਰਹਿੰਦਾ, ਕਿਉਂਕਿ ਬੈਠੇ ਹੋਈਦਾ ਸੁਣੀਦਾ ਵੀ ਸਭ ਕੁਛ ਹੈ, ਦਿਮਾਗ ਸੌ ਜਾਂਦਾ, ਚੇਤਾ ਹੀ ਭੁੱਲ ਜਾਂਦਾ। ਤੋ ਇਸ ਵਾਸਤੇ ਜਿੰਨਾ ਚਿਰ ਬੈਠੇ ਉਹਨਾਂ ਚਿਰ ਤਾਂ ਸੁੱਖ ਸ਼ਾਂਤੀ ਹੈ। ਇਉਂ ਜਾਪਦਾ ਜਿਸ ਤਰ੍ਹਾਂ ਬ੍ਰਹਮ ਗਿਆਨੀ ਬਣ ਗਏ ਹੋਈਏ। ਤੋ ਇਸ ਲਈ ਇਹ ਬਰਸਾਤੀ ਨਾਲੇ ਦੀ ਤਰ੍ਹਾਂ ਵਿਸ਼ੇ ਆਨੰਦ ਸੰਸਾਰ ਹੈ, ਭਜਨ ਆਨੰਦ ਹਰਿਦਾਸ। ਬ੍ਰਹਮਾਨੰਦ ਜੀਵਨ ਮੁਕਤ, ਭਈ ਬਾਸ਼ਨਾ ਨਾਸ। ਪਰ ਬ੍ਰਹਮ ਦੀ ਪ੍ਰਾਪਤੀ ਦਾ ਆਨੰਦ ਜੀਵਨ ਮੁਕਤ ਬ੍ਰਹਮ ਗਿਆਨੀ ਨੂੰ ਹੈ, ਜਿਹੜਾ ਸਮੁੰਦਰ ਦੀ ਤਰ੍ਹਾਂ। ਸਮੁੰਦਰ ਦਾ ਪਾਣੀ ਠੰਡ 'ਚ ਠੰਡਾ ਨਹੀਂ ਹੁੰਦਾ। ਜਿੰਨੀ ਮਰਜ਼ੀ ਠੰਡ ਹੋਵੇ, ਜਾ ਕੇ ਟੁੱਬੀ ਮਾਰੋ, ਪਾਣੀ ਗਰਮ ਮਿਲੂਗਾ। ਗਰਮੀ ਦੇ ਵਿੱਚ ਹੀਟ ਨਹੀਂ ਹੁੰਦਾ, ਟੁੱਬੀ ਮਾਰੋ ਠੰਡ ਪੈ ਜਾਊਗੀ। ਨਾ ਉਹ ਮੁੱਕਦਾ ਹੈ, ਜਿੰਨਾ ਮਰਜ਼ੀ ਕੱਢੀ ਜਾਓ, ਜਿੰਨਾ ਮਰਜ਼ੀ ਵਰਤੀ ਜਾਓ, ਤੇ ਨਾ ਹੀ ਕੋਈ ਉਹਦਾ ਥਾਂ ਹੈ। ਇਸੇ ਤਰ੍ਹਾਂ ਬ੍ਰਹਮਾਨੰਦ ਬੜਾ ਵਿਸ਼ਾਲ ਹੈ। ਪਰ ਇਹ ਸਭ ਕੁਝ ਛੱਡ ਕਰਕੇ ਤੂੰ ਕੁਸੁੰਭੇ ਰੰਗ ਦੀ ਤਰ੍ਹਾਂ ਵਿਸ਼ੇ ਆਨੰਦ ਦੇ ਵਿੱਚ ਫਸਿਆ ਪਿਆ ਹੈ, ਮਿੱਥਿਆ ਪਦਾਰਥਾਂ ਦੇ ਵਿੱਚ ਫਸ ਰਿਹਾ ਹੈ। ਪੱਗ ਤਾਂ ਰਹੈ ਸਾਸ ਲਿਖੈ ਲੈ। ਇਹ ਮਨਾ ਤੂੰ ਪਰਮੇਸ਼ਰ ਦੇ ਲੇਖੇ ਵਿੱਚ ਹੀ ਪੈਰ ਧਰਦਾ ਰੱਖਦਾ ਹੈ। ਮਤਾ ਸੋਚ ਕਿ ਮੈਂ ਐਵੇਂ ਹੀ ਤੁਰਿਆ ਫਿਰਿਆ, ਮੇਰਾ ਕਿਸੇ ਨੂੰ ਪਤਾ ਨਹੀਂ। ਇੱਕ ਇੱਕ ਕਦਮ ਤੇਰਾ ਰਿਕਾਰਡ ਹੋ ਰਿਹਾ ਹੈ। ਉੱਪਰ ਸੈਟੇਲਾਈਟ ਲੱਗੀ ਹੋਈ ਹੈ, ਕੈਮਰੇ ਲੱਗੇ ਹੋਏ ਨੇ। ਅਮਰੀਕਾ ਐਡਾ ਸ਼ੈਤਾਨ ਬੰਦਾ, ਕਹਿੰਦੀ ਵੀ 84 ਦਾ ਜਿੰਨਾ ਟੈਗ ਹੈ ਸਾਰਾ ਉਹਨੇ ਕਵਰ ਕੀਤਾ। ਉਹ ਸਾਰੇ ਦੇਸ਼ਾਂ ਦੀ ਨਿਗਾਹ ਰੱਖਦਾ, ਕਿੱਥੇ ਤੇਲ ਹੈ, ਕਿੱਥੇ ਪਾਣੀ ਹੈ, ਕਿੱਥੇ ਕੁਛ, ਕਿੱਥੇ। ਤੇ ਬੜੀ ਉਹ CID ਰੱਖਦਾ ਚਾਈਨਾ ਵਾਲਿਆਂ ਨੇ। ਤਾਈਓ ਸਭ ਕੁਛ ਉਹਦਾ ਮਨਾ ਕੀਤਾ। ਜੋ ਵੀ ਕੁਛ ਬਣਿਆ ਹੋਇਆ ਉਹਨਾਂ ਦਾ ਆਪਣਾ ਹੀ ਸਾਰਾ ਕੁਛ ਹੈ। ਤੇ ਇਸ ਵਾਸਤੇ ਫਿਰ ਵੀ ਉਹ ਬਾਜ਼ ਨਹੀਂ ਆਉਂਦੇ। ਕਿਉਂ? ਜਿਹੜੇ ਰੱਬ ਦੇ ਕੈਮਰੇ ਨੇ ਤੇ ਉਹ ਤੇ ਅਮਰੀਕਾ ਬਣਾਉਣ ਵਾਲਾ ਸਾਇੰਸਦਾਨ ਉਹਨੇ ਹੀ ਜਨਮ ਦਿੱਤਾ ਹੋਇਆ। ਰੱਬ ਦੇ ਕੈਮਰਿਆਂ ਦਾ ਪਤਾ ਵੀ ਨਹੀਂ ਲੱਗਦਾ। ਉਹ ਸਾਰੀ ਰਿਕਾਰਡਿੰਗ ਉੱਪਰ ਪਹੁੰਚੀ ਜਾਂਦੀ ਹੈ। ਜਦ ਬੰਦਾ ਜਾਂਦਾ ਤੇ LCD ਲੱਗੀ ਹੁੰਦੀ ਕੰਧ ਦੇ ਉੱਪਰ ਧਰਮ ਰਾਜੇ ਦੇ ਮਗਰ, ਵੀ ਉਹ ਵੇਖ ਲਾ ਬਈ। ਬੰਦਾ ਮੁੱਕਰ ਹੀ ਨਹੀਂ ਸਕਦਾ, ਦੰਦੀ ਨਹੀਂ ਚੁੱਕਦਾ, ਕਹਿੰਦੇ ਵੇਖ ਲਾ। ਸੋ ਕਿੱਥੇ ਤੂੰ ਗਿਆ ਸੀ, ਕਿਵੇਂ ਗਿਆ ਸੀ, ਤੇਰੇ ਮਨੋਂ ਭਾਵ ਕੀ ਸਨ, ਸਭ ਕੁਛ ਰਿਕਾਰਡ ਹੈ। ਰੇ ਮਨ ਲੇਖੈ ਚੱਲ, ਚੱਲਦਾ ਵੀ ਤੂੰ ਲੇਖੇ ਵਿੱਚ, ਲੇਖੈ ਬੈਸੈ, ਬੈਠਦਾ ਵੀ ਤੂੰ ਲੇਖੇ ਵਿੱਚ। ਕਿੱਥੇ ਜਾਂਦਾ, ਕਿੱਥੇ ਬੈਠਦਾ, ਕੀ ਗੱਲਾਂ ਕਰਦਾ, ਸਭ ਰਿਕਾਰਡ ਹੋ ਰਹੀਆਂ, ਚੰਗੀਆਂ ਮਾੜੀਆਂ। ਲੇਖੇ ਲੈਂਦਾ ਸਾਹਾ, ਕਹਿੰਦੇ ਬੈਠਤ 12, ਜਦ ਆਪਾਂ ਬੈਠਦੇ ਆ ਤੇ ਸਾਹ ਨਾਰਮਲ 12 ਚੱਲਦੇ ਨੇ। ਉਨੇ ਟਾਈਮ 'ਚ ਜਦ ਚੱਲਦੇ ਆ ਚੱਲ ਤੇ 18।
18 ਚੱਲਦੇ ਨੇ ਤੇ ਮੇਰੇ ਵਰਗਾ ਜਦ ਸੌਂਦਾ ਹੈ ਸਾਹ ਆਉਂਦਾ ਕੋਈ ਨਹੀਂ, ਨੱਕ ਮੂੰਹ ਬੰਦ ਹੋ ਜਾਂਦਾ ਤੇ ਫਿਰ ਮਾਰਦਾ ਫੂਕਾ, ਖਰਾਟੇ ਘਰਾੜੇ ਆਦਿ। ਤੋ ਇੰਜ ਜਿਵੇਂ ਕੋਈ JCB ਮਸ਼ੀਨ ਲਾਈ ਹੋਵੇ, ਅੱਜ ਦੇਸੀ ਘੁੜਕਾ ਜਿਵੇਂ ਚੱਲਦਾ ਹੋਏ, ਇੰਨੀ ਤੇਜ਼ ਮਰ ਲਾਗੇ ਬੰਦਾ ਸੁੱਤਾ ਪਿਆ ਪਰੇਸ਼ਾਨ ਹੋ ਜਾਂਦਾ। ਇਹ ਬੰਦਾ ਕੀ ਮਸ਼ੀਨ? ਸੋਬਤ ਚਾਲੇ 30 ਸੁੱਤੇ ਪਿਆ ਉਹਨੇ ਟਾਈਮ 'ਚ 30 ਸਵਾਸ ਚੱਲਦੇ ਨੇ ਤੇ ਮੈਥਨ ਕਰਤੇ 64 ਚਾਲੇ ਕਿਉਂ ਨਾ ਭਜੇ ਤਕਦੀਸ। ਸੋ ਇੰਜ ਗੁਰੂ ਮਹਾਰਾਜ ਨੇ ਸਾਨੂੰ ਸਮਝਾਇਆ, ਭਾਈ ਸਵਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ, ਆਸ ਨਿਤ ਤਿਆਗੋ ਤਰੰਗ, ਸੰਤ ਜਨਾਂ ਕੀ ਧੂਰ ਮੰਗਨ ਮੰਗ। ਸੋ ਪੈਰਾਂ ਨੂੰ ਸੰਗਤ ਵਾਲੇ ਪਾਸੇ ਲੈ ਕੇ ਜਾਓ, ਕੰਨਾਂ ਨੂੰ ਗੁਰਬਾਣੀ ਸੁਣਾਓ, ਜ਼ਬਾਨ ਨੂੰ ਬਾਣੀ ਪੜ੍ਹਨ ਲਈ ਪ੍ਰੇਰਿਤ ਕਰੋ, ਸਰੀਰ ਸੰਗਤ 'ਚ ਬੈਠ ਕੇ ਸਫਲ ਬਣਾਓ ਤੇ ਸਵਾਸ ਸਵਾਸ ਵਾਹਿਗੁਰੂ ਦਾ ਭਜਨ ਕਰਕੇ ਹਰੇਕ ਸਵਾਸ ਨੂੰ ਸਫਲੇ ਕਰੋ। ਇਹ ਮੇਰੀ ਅਮਣਾ ਪੱਗ ਧਾਰੈ ਸਾਸ ਲੇਖੇ ਲੈ, ਕਿੱਥੇ ਤੂੰ ਪੈਰ ਧਰਦਾ ਇਹ ਵੀ ਲੇਖੇ ਵਿੱਚ ਹੈ। ਪਰਮੇਸ਼ਰ ਹਿਸਾਬ ਦੇ ਵਿੱਚ ਹੀ ਤੇਰਾ ਸਾਰਾ ਕੁਛ ਹੈ। ਜਿੰਨੇ ਤੂੰ ਸਵਾਸ ਲੈਂਦਾ, ਕਿਵੇਂ ਲੈਂਦਾ, ਉਹ ਸਾਰਾ ਮਹਾਰਾਜ ਦੇਖ ਰਿਹਾ ਹੈ। ਤਉ ਉਦਰ ਹੈ ਹਰ ਗੁਣ ਗਾਏ ਲੈ। ਇਸ ਲਈ ਤਾਦੀ ਤੂੰ ਸੰਸਾਰ ਸਮੁੰਦਰ ਤੋਂ ਪਾਰ ਹੋਵੇਂਗਾ ਜਦ ਪਰਮੇਸ਼ਰ ਦੇ ਗੁਣਾਂ ਨੂੰ ਗਾ ਲੈਣਾ ਕਰੇਗਾ। ਗੱਲੀ ਬਾਤੀ ਨਹੀਂ ਅੱਜ ਤੱਕ ਕੋਈ ਵੀ ਤਰਿਆ, ਕਿਉਂਕਿ ਰੱਬ ਨੂੰ ਤਾਂ ਪਤਾ ਹੀ ਹੈ। ਇਉਂ ਗਿਆਨ ਨਾਲ ਗੱਲੀ ਟੋਡੀ ਹੈ। ਜੇ ਤੂੰ ਤਰਨਾ ਹੈ ਤਾਂ ਬਾਣੀ ਪੜ੍ਹ, ਪਾਠ ਕਰਿਆ ਕਰ, ਨਾਮ ਜਪਿਆ ਕਰ, ਵਾਹਿਗੁਰੂ ਜੀ ਦੇ ਗੁਣ ਗਾਇਆ ਕਰ। ਮਨ ਸਮਝ ਇਹ ਮਨਾ ਤੂੰ ਆਪਣੇ ਸਵੈ ਸਰੂਪ ਨੂੰ ਸਮਝਣਾ ਕਰ। ਛੋੜ ਆਵਾਏ ਲੈ। ਖੋਤੇ ਵਾਲੀ ਜਿਹੜੀ ਅਵੈੜਤਾਈ ਹੈ, ਆ ਡੰਗਰਾਂ ਵਾਲੀ, ਇਹ ਤੂੰ ਛੱਡ ਦੇ। ਭਾਵ ਅਵੇਹਤ ਕਰਮਾਂ ਨੂੰ ਤਿਆਗ ਦੇ। ਬੁਰੇ ਕੰਮ ਕੋ ਉਠ ਖਲੋਇਆ, ਨਾਮ ਕੀ ਪਹਿਲਾ ਪੈ ਪੈ ਸੋਇਆ, ਅਵਸਰ ਆਪਣਾ ਬੁਝੇ ਨਾ ਆਂਦਾ। ਇਉਂ ਅਵੇਹਤ ਕਰਮ ਜਿਨ੍ਹਾਂ ਤੋਂ ਸਾਡੇ ਗੁਰੂਆਂ ਨੇ ਰੋਕੀ ਹੈ, ਚੋਰੀ ਯਾਰੀ, 4 ਬਜਰ ਕੁਰੈਤਾ, ਹੁੱਕਾ ਹਜਾਮਦ ਹਲਾਲੋ ਹਰਾਮ, ਇਹਨਾਂ ਦਾ ਤਿਆਗ ਕਰ ਦੇ। ਅਮੋੜ ਹੋ ਕੇ ਹਰਿਆ ਪਸ਼ੂ ਵਾਂਗ ਨਾ ਚੱਲ, ਕਿਉਂਕਿ ਰੱਬ ਤਾਂ ਵੇਖ ਹੀ ਰਿਹਾ ਵੀ ਤੂੰ ਕੀ ਕਰ ਰਿਹਾ ਹੈ। ਆਪਣੇ ਰਹਿਣ ਕਠੌਰ ਨ ਪਾਵਹਿ। ਇਹ ਮਨਾ ਤੂੰ ਆਪਦੇ ਠਹਿਰਨ ਵਾਸਤੇ ਮੁਕਤੀ ਰੂਪ ਥਾਂ ਨੂੰ ਨਹੀਂ ਪਾਉਣਾ ਕਰਦਾ। ਕਾਏ ਪਰ ਕੈ ਜਾਏ ਲੈ। ਇਸ ਲਈ ਫਿਰ ਕਾਦੇ ਵਾਸਤੇ ਤੂੰ ਪਰਾਇਆ ਦਾ ਪ੍ਰਬੰਧਕ ਬਣੀ ਬੈਠਾ? ਗੁਰੂ ਬਣ ਕਰਕੇ ਲੋਕਾਂ ਨੂੰ ਉਪਦੇਸ਼ ਦੇਣ ਲਈ ਘਰਾਂ 'ਚ ਤੁਰਿਆ ਫਿਰਦਾ, ਪੋਥੀਆਂ ਲੈ ਕੇ, ਮੇਰੇ ਤੋਂ ਕੋਈ ਉਪਦੇਸ਼ ਲੈ ਲਓ ਜੀ। ਚੇਲੇ ਬੈਠਣ ਘਰਾਂ ਦੇ ਵਿੱਚ, ਗੁਰ ਉਠ ਘਰੀ ਧਨਾੜੇ ਜਾਈ। ਚੇਲੇ ਸਾਜ ਵਜਾਏਂਦੇ, ਨੱਚਣ ਗੁਰੂ ਬਹੁ ਵਿਧ ਭਾਈ। ਇਹੋ ਜਿਹੇ ਕਲਯੁਗੀ ਗੁਰੂ ਨੇ। ਅਸੀਸ ਦੇਣ, ਘਾਰਾ ਵੜਦੇ ਨੇ ਬੱਲਾ ਮਾਰ ਮਾਰ ਕੇ, ਵੀ ਲਿਆਓ ਪਰਚੀ ਕਟਾਓ, ਤੁਹਾਡਾ ਭਲਾ ਕਰੀਏ। ਬੰਦਾ ਪੁੱਛੇ ਤੂੰ ਭਲਾ ਨਹੀਂ ਕਰਨਾ ਆਪਦਾ, ਤੂੰ ਕਦੀ ਕਟਾਈ ਹੈ? ਤੇ ਇਸ ਵਾਸਤੇ ਆਪਦੇ ਪੱਲੇ ਉਹ ਕਹਾਣੀ ਕੌਡੀ ਨਹੀਂ ਕੱਢਣੀ, ਦੂਜਿਆਂ ਨੂੰ ਉਪਦੇਸ਼ ਦੇਣਾ ਵੀ ਮੇਰੇ ਮਨ ਦਾ ਫੁਰਨਾ ਬਣਿਆ ਜੀ, ਮੈਂ ਇੰਨੇ ਪਾਠ ਕਰਾਵਾਂ। ਬੰਦਾ ਪੁੱਛੇ ਤੂੰ ਕਦੀ ਕੀਤਾ? ਮੇਰੇ ਮਨ ਦਾ ਫੁਰਨਾ ਬਣਿਆ, ਫਲਾਣੀ ਜਗ੍ਹਾ ਤੇ ਲੋੜ ਹੈ, ਆਪਾਂ ਤੇ ਲੰਗਰ ਲਾਈਏ। ਆਪਦੇ ਪੱਲੇ ਵੀ ਕੁਝ ਦਿੱਤਾ ਹੀ ਹੋ। ਦੁਨੀਆ ਨੂੰ ਸਿੱਖਿਆ ਦੇ ਕੇ ਚੰਗੇ ਪਾਸੇ ਲਾਉਣਾ, ਬੈਨੀਫਿਟ ਆਪ ਲੈਣਾ, ਵੀ ਮਾੜਾ ਮੋਟਾ ਕੁਝ ਚੁੰਝ ਵਿੱਚੋਂ ਵੱਜ ਜਾਏ। ਉਹ ਲੋਕਾਂ ਨੇ ਬਿਜ਼ਨਸ ਬਣਾਏ ਨੇ। ਹੈਰਾਨੀ ਦੀ ਗੱਲ ਹੈ, ਕੰਮ ਕੋਈ ਹੈ ਨਹੀਂ, ਉਹ ਧਰਮ ਨੂੰ ਵੀ ਵਿੱਚ ਵਲੇਟੀ ਫਿਰਦੇ ਨੇ। ਧਰਮ ਦੇ ਨਾਂ ਤੇ ਜਿੰਨੀ ਠੱਗੀ ਅੱਜ ਕੱਲ ਧਰਮ ਦੇ ਨਾਂ ਤੇ ਵੱਜ ਰਹੀ ਹੈ, ਮੈਂ ਸਮਝਦਾ ਵੀ ਜਿਹੜੇ ਗ੍ਰਸਤੀ ਬੰਦੇ, ਕੰਮ ਵਾਲੇ ਬੰਦੇ ਨੇ, ਤੇ ਉਹਦੇ ਨਾਲ ਤੇ ਉਹ ਹੀ ਚੰਗੇ ਨੇ ਬੰਦੇ। ਆਪ ਦਾ ਕਰਕੇ ਤਾਂ ਖਾਂਦੇ ਨੇ। ਕਿਸੇ ਨੇ ਕੋਈ ਸਟੰਟ ਸ਼ੁਰੂ ਕੀਤਾ, ਕਿਸੇ ਨੇ ਕੁਛ। ਮਾਫ ਕਰਨਾ, ਮਰ ਕਹਿੰਦੇ ਵੀ ਇਹੋ ਜਿਹੇ ਕਰਮਾਂ ਨੂੰ ਤਿਆਗ ਦੇ। ਰੱਬ ਵੇਂਹਦਾ ਹੈ ਵੀ ਤੂੰ ਪਰਚੀਆਂ ਆਪਦੇ ਘਰੋਂ ਹੀ ਤਾਂ ਨਹੀਂ ਛਾਪੀਆਂ ਹੋਈਆਂ, ਤੇ ਜਾਂ ਕੋਈ ਗਲਤ ਨਾਮ ਤਾਂ ਨਹੀਂ ਵਰਤ ਰਿਹਾ। ਰੱਬ ਤਾਂ ਦੇਖਦਾ ਹੀ ਹੈ ਨਾ।
ਇਹ ਅਮੋੜ ਹੋ ਕੇ ਚੱਲਣਾ ਛੱਡ ਦੇ। ਲੇਖਾ ਲੇਵੈ ਤਿਲ ਜੋ ਵੀ ਜਦ ਲੇਖਾ ਦੇਣਾ ਪੈਂਦਾ। ਜਿਸ ਤਰ੍ਹਾਂ ਤਿਲਾਂ ਨੂੰ ਪੀੜ ਕੇ ਤੇਲ ਕੱਢੀਦਾ, ਇਸ ਤਰ੍ਹਾਂ ਵਿੱਚੋਂ ਸੋ ਸਭ ਕੁਝ ਤੇਰੇ ਨਿਕਲੇਗਾ। ਰਹਾਉ ਆਪਦੇ ਠਹਿਰਨ ਵਾਸਤੇ ਤੂੰ ਮੁਕਤੀ ਨਹੀਂ ਪਾ ਰਿਹਾ ਹੈ, ਮੁਕਤ ਹੋਣ ਵਾਸਤੇ ਕੋਈ ਕਰਮ ਨਹੀਂ ਕਰ ਰਿਹਾ, ਤੇ ਦੂਜਿਆਂ ਨੂੰ ਗੁਰੂ ਬਣ ਕੇ ਸੰਤ ਬਣ ਕੇ ਤੂੰ ਉਹਨਾਂ ਨੂੰ ਉਪਦੇਸ਼ ਦੇਣ ਲਈ ਤੁਰਿਆ ਫਿਰਦਾ। ਕਾਹਦੇ ਵਾਸਤੇ? ਦੇਵੀ ਦੇਵਤਿਆਂ ਕੋਲ ਉਹਨਾਂ ਦੀ ਉਪਾਸਨਾ ਕਰਨ ਲਈ ਜਾਣਦਾ। ਸੋ ਗੁਰੂ ਮਹਾਰਾਜ ਇੱਥੇ ਵਿਸ਼ਰਾਮ ਦਿੰਦੇ ਹਨ। ਜੋ ਮੈਂ ਗਲ ਇੰਦਰੀ ਰਸ ਪ੍ਰੇਰਿਓ। ਆ ਹਾਥੀ ਵੇਖਿਆ ਹੈ ਤੁਸਾਂ ਨੇ, ਜਿਵੇਂ ਹਾਥੀ ਵਿਸ਼ੇ ਰਸ ਦਾ ਪ੍ਰੇਰਿਆ ਹੋਇਆ। ਜਿਹੜੇ ਫੜਨ ਵਾਲੇ ਨੇ ਉਹ ਹਾਥੀ ਨੂੰ ਕਿਵੇਂ ਫੜਦੇ ਨੇ? ਇੱਕ ਡੂੰਘਾ ਸਾਰਾ ਟੋਆ ਪੁੱਟ ਲੈਂਦੇ ਨੇ ਖੁੱਲਾ, ਉਹਦੇ ਤੇ ਕਾਨੀਆਂ ਦੀ ਛੱਤ ਪਾ ਕੇ ਉੱਪਰ ਮਿੱਟੀ ਵਿਛਾ ਕੇ ਧਰਤੀ ਵਾਂਗਰ ਬਣਾ ਲੈਂਦੇ। ਉਹਦੇ ਤੇ ਕਾਗਜ਼ ਦੀ ਹਥਨੀ ਇੱਕ ਪੁਤਲਾ ਬਣਾ ਕੇ ਖੜਾ ਕਰ ਦਿੰਦੇ। ਹਾਥੀ ਭੁਲੇਖੇ ਨਾਲ ਜਦ ਉਹਦੇ ਨਜ਼ਦੀਕ ਆਉਂਦਾ, ਕਾਨਿਆਂ ਦੀ ਛੱਤ ਹੋਣ ਨਾਲ ਉਹ ਟੋਏ 'ਚ ਡਿੱਗ ਪੈਂਦਾ। ਉਹਨੂੰ ਕੁੱਟ-ਕੁੱਟ ਕੇ ਜਾਂ ਤੇ ਮਾਰ ਹੀ ਦਿੰਦੇ, ਦੰਦ ਵੇਚ ਲੈਂਦੇ, ਤੇ ਜਾਂ ਫਿਰ ਆਪਦੀ ਬੋਲੀ ਸਿਖਾ ਕੇ ਸਰਕਸ ਦੇ ਵਿੱਚ ਖੇਡਾਂ ਕਰਾਉਂਦੇ ਨੇ। ਉਹ ਵਿਚਾਰਾ ਭੱਜ ਜਾਂਦਾ। ਇੰਜ ਹੀ ਤੇਰਾ ਹਿਸਾਬ ਹੈ। ਤੂੰ ਲਾਗ ਪਰਿਓ ਕੁਟੰਬਾਇਲੇ। ਤੂੰ ਇਸਤਰੀ ਆਦਿਕ ਦੇ ਵਿਸ਼ੇ ਸੁੱਖ ਦੇ ਵਿੱਚ ਆ ਕੇ ਲੱਗ ਗਿਆ ਹੈ, ਤੋ ਭਗਮੁਖ ਜਨਮ ਵਿਗੋਇਆ। ਤੋ ਇਸ ਤਰੀਕੇ ਦੇ ਨਾਲ ਜਿੱਥੋਂ ਪੈਦਾ ਹੋਇਆ ਸੀ ਉਹਦੇ 'ਚ ਹੀ ਲੱਗ ਕੇ ਆਪ ਦਾ ਜਨਮ ਖਰਾਬ ਕਰ ਰਿਹਾ। ਮੋਹ ਰੂਪ ਟੋਏ 'ਚ ਡਿੱਗ ਪਿਆ ਤੇ ਤਰਕਾ ਰੂਪ ਕੁੰਡੇ ਨੂੰ ਸਹਾਰਨਾ ਕਰਦਾ ਹੈ। ਜਿਉ ਪੰਖੀ ਇਕੱਤਰ ਹੋਏ ਫਿਰ ਵਿਛਰੈ। ਇਹ ਕੁਟੰਬ ਇਸਤਰੀ ਤੋਂ ਵਧਿਆ ਪਰਿਵਾਰ ਤਾਂ ਐਸਾ ਜਿਵੇਂ ਪੰਛੀ ਰਾਤ ਨੂੰ ਇਕੱਠੇ ਹੋ ਕੇ ਦਰਖਤ ਤੇ ਬੈਠ ਜਾਂਦੇ ਹਨ, ਫਿਰ ਵਿਛੜੈ, ਤੇ ਦਿਨ ਚੜ੍ਹਦਿਆਂ ਸਾਰ ਮੁਰ ਵਿਛੜ ਜਾਂਦੇ ਹਨ। ਤੇਰੇ ਸੰਗਤ ਹਰ ਹਰ ਧਿਆਇਲੇ। ਭਾਵ ਜਿੱਧਰ ਕਿਧਰ ਕਿਸੇ ਪੰਛੀ ਦੀ ਪ੍ਰਾਲਬਧ ਹੁੰਦੀ ਹੈ ਉਧਰ ਚਲੇ ਜਾਂਦੇ ਹਨ। ਇੰਜ ਹੀ ਇਹ ਜਿਹੜਾ ਗ੍ਰਸਤ ਪਰਿਵਾਰ ਹੈ ਇਹ ਦਰਖਤ ਦੀ ਤਰ੍ਹਾਂ ਹੈ। ਇਹਦੇ ਤੇ ਕੁਟੰਬ ਜੀਵ ਰੂਪ ਪੰਛੀ ਅਵਸਥਾ ਰੂਪ ਰਾਤ ਦੇ ਵਿੱਚ ਇਕੱਤਰ ਹੋਏ ਹਨ। ਜਿਵੇਂ ਕਿਸੇ ਦੀ ਉਮਰ ਹੈ ਤਿਵੇਂ ਉਹ ਆਪ ਦਾ ਸਮਾਂ ਬਤੀਤ ਕਰਦੇ। ਕਾਲ ਰੂਪ ਦਿਨ ਚੜ੍ਹਦਿਆਂ ਸਾਰੇ ਭਾਵ ਪ੍ਰਾਲਬਧ ਖਤਮ ਹੋਣ ਤੋਂ ਬਾਅਦ ਫਿਰ ਵਿਛੜ ਜਾਂਦੇ ਹਨ। ਇਉਂ ਸੰਸਾਰ ਤੋਂ ਕੂਚ ਕਰ ਜਾਂਦੇ ਹਨ ਜਾਂ ਆਪੋ ਆਪਣੀ ਵਾਸ਼ਨਾ ਅਨੁਸਾਰ ਵੱਖੋ ਵੱਖਰੀਆਂ ਜੂਨਾਂ ਚਲੇ ਜਾਂਦੇ। ਜੇਕਰ ਤੂੰ ਵੀ ਜੂਨਾਂ ਜਾਣ ਤੋਂ ਬਚਣਾ, ਫਿਰ ਸੰਗਤ ਹਰ ਹਰ ਧਿਆਇਲੇ। ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਕੀ ਸੰਗਤ ਦੇ ਵਿੱਚ ਬੈਠ ਕਰਕੇ ਵਾਹਿਗੁਰੂ ਵਾਹਿਗੁਰੂ ਧਿਆਉਣਾ ਕਰੋ। ਜੋ ਅਸਥਿਤ ਰਹਿਣ ਵਾਲੀ ਗੁਰਾਂ ਦੀ ਸੰਗਤ ਹੈ, ਸੰਗਤ ਦੁਆਰਾ ਚੇਤਨ ਨੂੰ ਵਿਸ਼ਿਆਂ ਵੱਲੋਂ ਹਟਾ ਕੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਨੂੰ ਧਿਆ ਲੈਣਾ, ਅਰਾਧ ਲੈਣਾ ਕਰੋ। ਬਿਰਖ ਬਸੇਰੋ ਪੰਖ ਕੋ ਤੈਸੋ ਇਹੋ ਸੰਸਾਰ। ਵਿਰਖ ਦੇ ਉੱਪਰ ਪੰਛੀ ਦਾ ਵਸ, ਇੰਜੀ ਸੰਸਾਰ ਸਮਝੋ। ਜੈਸੇ ਮੀਨ ਰਸਨ ਸਾਧ ਬਿਨਸਿਓ। ਜਿਵੇਂ ਮੱਛ ਜ਼ਬਾਨ ਦੇ ਸਵਾਦ ਕਾਰਨ ਕੁੰਡੀ ਵਿੱਚ ਫਸ ਕੇ ਨਾਸ਼ ਹੋ ਜਾਂਦਾ ਹੈ। ਓਹ ਮੂਠੋ ਮੂੜ ਲੁਭਾਇਲੇ। ਪਰ ਉਹ ਮੂਰਖ ਮਾਸ ਦੀ ਬੋਟੀ ਤੇ ਲੁਭਾਈ ਮਨ ਹੋ ਕੇ ਠੱਗਿਆ ਜਾਂਦਾ। ਉਸੇ ਤਰ੍ਹਾਂ ਹੀ ਤੂੰ ਵਿਸ਼ੇ ਰਸਾਂ 'ਚ ਖਚਿਤ ਹੋ ਗਿਆ ਹੈ। ਇਸੇ ਪ੍ਰਕਾਰ ਜੈਸੇ ਮੀਨ ਰਸਨ ਸਾਧ ਬਿਨਸਿਓ। ਜਿਵੇਂ ਮੱਛੀ ਜ਼ੁਬਾਨ ਦੇ ਸਵਾਦ ਕਾਰਨ ਕੁੰਡੀ 'ਚੋਂ ਮਾਸ ਆਦਿਕ ਪਦਾਰਥ ਨੂੰ ਪਕੜ ਕੇ ਪਾ ਕੁੰਡੀ 'ਚ ਫਸ ਕੇ ਨਾਸ਼ ਹੋ ਜਾਂਦੀ, ਤਿਵੇਂ ਹੀ ਤੂੰ ਜੀਵ ਜ਼ੁਬਾਨ ਦੇ ਰਸ। ਕਲਯੁਗ ਜਦ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਤੇ ਉਹਨੇ ਇੱਕ ਹੱਥ ਵਿੱਚ ਜ਼ੁਬਾਨ, ਦੂਜੇ ਹੱਥ ਵਿੱਚ ਸਰੀਰ ਦਾ ਅੰਗ ਪਕੜਿਆ ਹੋਇਆ ਸੀ। ਮਹਾਰਾਜ ਕਹਿੰਦੇ ਤੂੰ ਕੀ ਬਣਾਇਆ ਹੋਇਆ ਓਏ?
ਕੱਪੜਾ ਕੁਪੜਾ ਪਾਇਆ ਨਹੀਂ। ਕਹਿੰਦਾ ਜੀ ਮੈਂ ਆਪ ਦਾ ਸਰੂਪ ਦਿਖਾਇਆ, ਤੁਸੀਂ ਹੀ ਮੈਨੂੰ ਆਗਿਆ ਕੀਤੀ ਹੈ। ਮੈਂ ਕਲਯੁਗੀ ਜੀਆਂ ਨੂੰ ਦੋ ਗੱਲਾਂ ਦੇ ਵਿੱਚ ਲਾ ਕੇ ਮਾਰਦਾ। ਦੁਨੀਆ ਨੂੰ ਇੱਕੋ ਹੀ ਕੰਮ ਹੈ, ਜਾਂ ਤਾਂ ਖਾ ਲਓ ਤੇ ਜਾਂ ਭੋਗ ਲਓ। ਜ਼ਬਾਨ ਦਾ ਰਸ ਤੇ ਸਰੀਰ ਦਾ ਰਸ, ਇਹਦੇ 'ਚ ਕੁੰਡੀ ਮਾਰ ਕੇ ਵਿਸ਼ੇ ਸੁੱਖ ਦੇ ਵਿੱਚ ਇਹ ਜੀਵ ਖਤਮ ਹੋ ਰਹੇ ਨੇ। ਸੋ ਲਾਲਚ ਕਾਰਨ ਆਪੇ ਹੀ ਫਸ ਜਾਂਦੇ। ਜ਼ਬਾਨ ਦੇ ਸਵਾਦ ਰੂਪ ਮਾਸ 'ਚ ਲੰਬੜ ਹੋ ਗਿਆ। ਜਿਵੇਂ ਉਹ ਮੂਰਖ ਮਾਸ ਲਾਲਚ ਕਾਰਨ ਸਲਾਬੇ ਗੁੜ ਤੇ ਬੈਠ ਜਾਂਦਾ, ਜਿਹੜੀ ਮੱਖੀ ਹੈ ਤੇ ਉਹਦੇ 'ਚ ਹੀ ਖੰਭ ਫਸਣ ਕਰਕੇ ਤੇ ਉਹ ਮਰ ਜਾਂਦੀ। ਇਸ ਤਰ੍ਹਾਂ ਤੂੰ ਲਾਲਚੀ ਹੋ ਕੇ ਮਰ ਜਾਂਦਾ ਹੈ। ਇਸੇ ਪ੍ਰਕਾਰ ਜੈਸੇ ਮੀਨਾ ਰਸਨ ਸਾਧ ਬਿਨ ਸਿਓ, ਜਿਉ ਮੱਛੀ ਤਿਉ ਮਾਨਸਾ ਪਵੈ ਚਿੰਤਾ ਜਾਲ। ਜਿਵੇਂ ਮੱਛੀ ਹੈ ਇਸ ਤਰ੍ਹਾਂ ਤੋਂ ਜ਼ੁਬਾਨ ਦੇ ਸਵਾਦ ਕਾਰਨ ਖਤਮ ਹੋ ਰਹੀਆਂ ਹੈ। ਓਹ ਮੁੱਠੋਂ ਮੋੜ ਲੁਭਾਇਲੇ, ਇਹ ਮੂਰਖਾ ਤੂੰ ਵੀ ਵਿਸ਼ਿਆਂ 'ਚ ਲੁਭਾਈ ਮਨ ਹੋ ਕੇ ਲੁੱਟਿਆ ਗਿਆ। ਭਾਵ ਤੇਰੇ ਵਿਧਨ ਖੇਦ ਰੂਪ ਕਰਮਾਂ ਰੂਪ ਖੰਭ ਉਖੜ ਗਏ। ਇਸੇ ਕਰਕੇ ਤੂੰ ਅੰਦਰ ਨੂੰ ਨਾਸ਼ ਹੋ ਜਾਵੇਂਗਾ। ਤੂੰ ਹੋਆ ਪੰਚ ਵਾਸ ਵੈਰੀ ਕੈ, ਇਹ ਸਾਰੇ ਇੱਕ ਇੱਕ ਵਿਸ਼ੇ ਦੇ ਅਧੀਨ ਨੇ, ਪਰੰਤੂ ਤੂੰ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਦੁਸ਼ਮਣਾਂ ਪੰਜਾਂ ਦੇ ਅਧੀਨ ਹੋ ਗਿਆ ਹੈ। ਛੂਟਾ ਹੈ ਪਰ ਸਰਨਾਇਲੇ, ਜੇਕਰ ਗੁਰਾਂ ਜਾਂ ਪਰਮੇਸ਼ਰ ਦੀ ਓਟ 'ਚ ਪੈ ਜਾਣਾ ਕਰੇ ਤਾਂ ਹੀ ਤੂੰ ਜਮਾਂ ਤੋਂ ਵਿਕਾਰਾਂ ਤੋਂ ਛੁੱਟ ਸਕਦਾ, ਭਾਵ ਮੁਕਤ ਹੋ ਸਕਦਾ ਹੈ। ਓਹ ਕਿਰਪਾਲ ਦੀਨ ਦੁਖ ਭੰਜਨ, ਇਹ ਗਰੀਬਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਪਰਮੇਸ਼ਰ ਤੂੰ ਦਿਆਲੂ ਕਿਰਪਾਲੂ ਹੋਣਾ ਕਰ ਸਾਡੇ ਤੇ। ਸਭ ਤੁਮਰੇ ਜੀ ਜਨਤਾਇਲੇ, ਸਾਰੇ ਸੂਖਮ ਸਥੂਲ ਜੀਵ ਤੇਰੇ ਆਪ ਜੀ ਦੇ ਹੀ ਪੈਦਾ ਕੀਤੇ ਹੋਏ ਨੇ। ਗੁਰੂ ਸਾਹਿਬ ਨੇ ਇਹਨੂੰ ਵੀ ਮਖੌਲ ਕੀਤਾ, ਜਾਂ ਸਾਨੂੰ ਮਾੜਾ ਆਖਿਆ, ਜਾਂ ਤੋੜ ਕੇ ਸੁੱਟਿਆ। ਸਾਰੀਆਂ ਗੱਲਾਂ ਕਰਨ ਤੋਂ ਬਾਅਦ ਸਾਨੂੰ ਸਮਝਾ ਬੁਝਾ ਕੇ ਫਿਰ ਸਾਡੇ ਮੂਹਰੇ ਹੋ ਕੇ ਪਰਨਾ ਪਾ ਕੇ ਖੜੇ ਨੇ ਵੀ ਆਓ ਭਾਈ ਸੰਗਤ ਜੀ, ਮੈਂ ਤੁਹਾਡੀ ਅਰਦਾਸ ਕਰਦਾ ਰੱਬ ਦੇ ਚਰਨਾਂ 'ਚ। ਆਪੇ ਹੀ ਅਰਦਾਸ ਕੀਤੀ ਹੈ ਵੀ ਇਹਨਾਂ ਨੂੰ ਬਖਸ਼ ਲੈ ਸੱਚੇ ਪਾਤਸ਼ਾਹ। ਪਾਓ ਦਾਨ ਸਦਾ ਦਰਸ ਪੇਖਾ, ਇਹ ਮਾੜੇ ਨੇ ਚੰਗੇ ਨੇ ਹੈ ਤਾਂ ਤੇਰੇ ਹੀ ਨੇ। ਬਖਸ਼ ਲੈ ਹੈ ਸੱਚੇ ਪਾਤਸ਼ਾਹ, ਤੂੰ ਹੀ ਭੁਲਾਇਆ ਹੋਇਆ ਤੇ ਤੂੰ ਹੀ ਬਖਸ਼ ਸਕਦਾ। ਸਤਿਗੁਰੂ ਜੀ ਕਥਨ ਕਰਦੇ ਹੈ ਪਰਮੇਸ਼ਰ ਆਪ ਜੀ ਮੇਰੀ ਬੁੱਧੀ ਰੂਪ ਝੋਲੀ ਦੇ ਵਿੱਚ ਇਹ ਦਾਨ ਪਾਓ ਕਿ ਹਮੇਸ਼ਾ ਮੈਂ ਆਪ ਜੀ ਦਾ ਦਰਸ਼ਨ ਹੀ ਵੇਖਦਾ ਰਹਾ। ਗੁਰੂ ਘਰ ਦੇ ਨਾਲ ਜੁੜਨ ਤੋਂ ਸੁਤੇ ਸਿੱਧ ਹੀ ਕਈ ਬਦ ਬਲਾਵਾਂ ਤੋਂ ਬਚਾ ਹੁੰਦਾ ਹੈ। ਸੁਤੇ ਸਿੱਧ ਹੀ ਵਿਕਾਰਾਂ ਤੋਂ ਔਗਣਾਂ ਤੋਂ ਇਨਸਾਨ ਬਚਿਆ ਰਹਿੰਦਾ ਹੈ। ਮਿਲ ਨਾਨਕ ਦਾਸ ਦਸਾਇਲੇ, ਪਰ ਸਤਿਗੁਰੂ ਨਾਨਕ ਦੇਵ ਜੀ ਆਪ ਦੇ ਦਾਸ ਸੇਵਕਾਂ ਨਾਲ ਮਿਲਾਪ ਕਰਾ ਦਿਓ, ਮਿਲ ਕੇ ਮੈਂ ਆਪ ਦਾ ਸੇਵਕ ਬਣ ਕੇ ਰਹਿਣਾ ਕਰਾਂ। ਆਪ ਜੀ ਦੇ ਸੇਵਕਾਂ ਨਾਲ ਮਿਲ ਕੇ ਉਹਨਾਂ ਤੋਂ ਆਪ ਜੀ ਦੇ ਸੱਚ ਸਰੂਪ ਦੇ ਗਿਆਨ ਬਾਰੇ ਮਹਾਰਾਜ ਮੈਂ ਪੁੱਛਣਾ ਕਰਾਂ। ਐਸੀ ਮੇਰੇ ਤੇ ਕਿਰਪਾ ਕਰ ਦਿਓ ਜੀ। ਇੱਥੇ ਕਥਾ ਦੀ ਸਮਾਪਤੀ ਹੈ ਜੀ। ਭੁੱਲਾਂ ਚੁੱਕਾ ਖਿਮਾ ਕਰਨੀ ਆ। ਅੱਜ ਬਾਬਾ ਜੀ ਦਾ ਜਨਮ ਦਿਹਾੜਾ ਹੈ, ਉਹਦੇ ਤੇ ਵੀ 2 ਮਿੰਟ ਆਪਾਂ ਝਾਤ ਮਾਰਨੀ ਹੈ। ਆਓ 2 ਪੰਕਤੀਆਂ ਸਰਵਣ ਕਰਕੇ ਫਤਿਹ ਬੁਲਾਓ ਜੀ। ਓਹ ਕਿਰਪਾਲ ਦੀਨ ਦੁਖ ਭੰਜਨ, ਸਭ ਤੁਮਰੇ ਜੀ ਜਨਤਾਇਲੇ। ਪਾਵੋ ਦਾਨ ਸਦਾ ਦਰਸ ਪੇਖਾ, ਮਿਲ ਨਾਨਕ ਦਾਸ ਦਸਾਇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਵੱਡ ਸਾਹੋ ਜਾ ਕੇ ਕੋਟ ਵਣਜਾਰੇ, ਹੇ ਵਾਹਿਗੁਰੂ ਤੂੰ ਵੱਡਾ ਸ਼ਾਹੂਕਾਰ ਹੈ। ਸੰਤ ਤੇਰੇ ਵਣਜਾਰੇ ਨੇ ਨਾਮ ਦਾ ਵਣਜ ਕਰਨ ਲਈ। ਕਮਣ ਸੋ ਦਾਤਾ ਲੈ ਸੰਚਾਰੇ, ਤੂੰ ਹੀ ਦਾਤਾ ਹੈ। ਤੇਰੇ ਤੋਂ ਹੀ ਨਾਮਦਾਨ ਬਾਣੀ ਦਾ ਖਜ਼ਾਨਾ ਲੈ ਕੇ ਸੰਤ ਗੁਰਸਿੱਖ ਇਕੱਤਰ ਕਰਦੇ ਨੇ। ਤੇਰੇ ਕੋਲੋਂ ਹੀ ਪਾਵਰਾਂ ਲੈ ਕੇ ਸੂਰਮ ਗਤੀ ਨਿਭਾਉਂਦੇ ਨੇ। ਸੋ ਅੱਜ
ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਸਭ ਤੋਂ ਪਹਿਲਾਂ ਸ਼ਹੀਦਾਂ ਦੇ ਇਸ ਪਵਿੱਤਰ ਸਥਾਨ ਤੇ ਬੈਠ ਕੇ ਗੁਰੂ ਘਰ ਵੱਲੋਂ ਅਸੀਂ ਆਪ ਸਮੂਹ ਸੰਗਤਾਂ ਨੂੰ ਬਾਬਾ ਦੀਪ ਸਿੰਘ ਸਾਹਿਬ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦੇ ਹਾਂ। ਬਾਬਾ ਜੀ ਦਾ ਜਨਮ 14 ਮਾਘ ਸੰਮਤ 1139 ਬਿਕਰਮੀ ਸਨ 1682 ਈਸਵੀ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਹੂਵਿੰਡ ਪਿੰਡ ਦੇ ਵਿੱਚ ਪਿਤਾ ਭਾਈ ਭਗਤੂ ਜੀ ਸੰਧੂ ਜੀ ਦੇ ਘਰ ਤੇ ਮਾਤਾ ਜਿਉਣੀ ਜੀ ਦੀ ਕੁੱਖੋਂ ਹੋਇਆ। ਬਚਪਨ ਤੋਂ ਹੀ ਆਪ ਨੂੰ ਸੋ ਵਿਰਾਸਤ ਦੇ ਵਿੱਚੋਂ ਸਿੱਖੀ ਪ੍ਰਾਪਤ ਹੋਈ। ਨਾਮ ਅਭਿਆਸੀ ਸਨ, ਸਤਿਗੁਰੂ ਦੀ ਕਿਰਪਾ ਸੀਗੀ ਤੇ ਛੋਟੀ ਉਮਰ ਦੇ ਵਿੱਚ ਹੀ ਕਲਗੀਧਰ ਮਹਾਰਾਜ ਦੇ ਚਰਨਾਂ ਦੇ ਵਿੱਚ ਨਿਵਾਸ ਪ੍ਰਾਪਤ ਹੋਇਆ। ਸਤਿਗੁਰੂ ਜੀ ਮਹਾਰਾਜ ਜੀ ਦੇ ਪਾਸੋਂ ਸਾਧ ਸੰਗਤ ਜੀਓ ਅੰਮ੍ਰਿਤ ਪਾਨ ਕੀਤਾ ਤੇ ਗੁਰੂ ਘਰ ਦੇ ਵਿੱਚ ਹੀ ਗੁਰਮਤਿ ਦੀ ਸਿੱਖਿਆ ਪ੍ਰਾਪਤ ਕੀਤੀ। ਉੱਥੇ ਰਹਿ ਕੇ ਹੀ ਜੀਵਨ ਬਣਾਇਆ। ਸ਼ਾਸਤਰ ਵਿਦਿਆ ਦੇ ਅਭਿਆਸੀ ਹੋਏ। ਜਿਸ ਵਕਤ ਕਿਲੇ ਨੂੰ ਘੇਰਾ ਪਿਆ ਉਹਦੇ ਤੋਂ ਪਹਿਲਾਂ ਗੁਰੂ ਸਾਹਿਬਾਂ ਨੇ ਇਹਨਾਂ ਨੂੰ ਆਪਦੇ ਪਿੰਡ ਨੂੰ ਤੋਰ ਦਿੱਤਾ ਸੀਗਾ। ਤੇ ਬਾਅਦ ਦੇ ਵਿੱਚ ਜਦ ਗੁਰੂ ਸਾਹਿਬ ਜੀ ਸਰਸਾ ਤੋਂ ਚਮਕੌਰ ਸਾਹਿਬ ਤੋਂ ਮਾਛੀਵਾੜਾ, ਆਲਮਗੀਰ, ਇੱਧਰ ਮੁਕਤਸਰ ਸਾਹਿਬ, ਮਾਲਵੇ ਦੇ ਵਿੱਚ ਵਿਚਰ ਰਹੇ ਸਨ ਤੇ ਜਿੱਥੇ ਸਾਧ ਸੰਗਤ ਜੀਓ ਆਪਣਾ ਗੁਰਦੁਆਰਾ ਸਾਹਿਬ ਹੈ ਲੱਖੀ ਜੰਗਲ, ਐਤਕੀ ਮੈਂ ਸਪੈਸ਼ਲ ਦਰਸ਼ਨ ਕਰਕੇ ਆਇਆ। ਲੱਖੀ ਜੰਗਲ ਦੇ ਬੁੱਢਾ ਦਲੀਏ ਨਿਹੰਗ ਸਿੰਘਾਂ ਦਾ ਉੱਥੇ ਆਸਣ ਹੈ। ਬੜਾ ਸੋਹਣਾ ਸਰੋਵਰ, ਬੜਾ ਸੁੰਦਰ ਗੁਰਦੁਆਰਾ ਸਾਹਿਬ ਹੈ। ਉੱਥੇ ਬਾਬਾ ਜੀ ਨੇ 1 ਲੱਖ ਸੰਗਤ ਸਮੇਤ ਗੁਰੂ ਜੀ ਦੇ ਦਰਸ਼ਨ ਪਾਏ। ਜਿਹੜਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣ ਵਾਲਾ ਸ਼ਬਦ ਹੈ, ਉਹ ਫਿਰ ਬਾਬਾ ਜੀ ਨੇ ਆਖਿਆ ਵੀ ਮੈਨੂੰ ਦੁਬਾਰ ਤੋਂ ਫਿਰ ਸੁਣਾਓ। ਤੇ ਗੁਰੂ ਜੀ ਨੇ ਜਿਹੜਾ ਮਾਛੀਵਾੜੇ ਉਚਾਰਿਆ ਸੀਗਾ ਉਹ ਮੁਰੀਦਾਂ ਅੱਖਰ ਨਹੀਂ ਸੀਗਾ, ਫਕੀਰਾਂ ਸੀਗਾ। ਫਿਰ ਬਾਬਾ ਜੀ ਨੇ ਬੇਨਤੀ ਕੀਤੀ ਵੀ ਤੁਸੀਂ ਫਕੀਰ ਨਹੀਂ ਹੋ, ਮੁਰੀਦਾਂ ਅੱਖਰ ਕਰੋ। ਸਾਹਿਬ ਕਹਿਣ ਲੱਗੇ ਕਿ ਬਾਬਾ ਜੀ ਤੁਸੀਂ ਬਾਣੀ ਬਦਲਣੀ ਚਾਹੁੰਦੇ ਹੋ, ਵੇਖੋ ਫਿਰ ਤੁਹਾਨੂੰ ਸ਼ਹੀਦੀ ਦੇਣੀ ਪਵੇਗੀ। ਕਹਿੰਦੇ ਮਹਾਰਾਜ ਪ੍ਰਮਾਣ ਹੈ, ਪਰ ਫਕੀਰ ਅੱਖਰ ਨਹੀਂ ਚਾਹੀਦਾ, ਆਪ ਦੀ ਰਸਨਾ ਤੋਂ ਬਦਲ ਦਿਓ। ਮੁਰੀਦਾਂ ਅੱਖਰ ਕਰਵਾਇਆ। ਇੰਜ ਗੁਰੂ ਸਾਹਿਬ ਦੇ ਨਾਲ ਰਹੇ। ਤਖਤ ਸ੍ਰੀ ਦਮਦਮਾ ਸਾਹਿਬ ਜਦ ਮਹਾਰਾਜ ਨੇ ਕਮਰ ਕੱਸਾ ਖੋਲਿਆ, ਸ਼ਾਮਾਂ ਨੂੰ ਕਥਾ ਆਪ ਸਰਵਣ ਕਰ ਰਹੇ ਹੋ, ਤੇ ਉਸ ਵਕਤ 24 ਸਿੰਘਾਂ ਨੂੰ ਨਾਲ ਲੈ ਕੇ 25 ਸਿੰਘ ਗਏ ਸੀ ਧੀਰਮਲ ਕੋਲ ਬਾਬਾ ਜੀ ਦੀ ਅਗਵਾਈ ਦੇ ਵਿੱਚ। ਜਦੋਂ ਨੇ ਸਰੂਪ ਦੇਣ ਤੋਂ ਨਾ ਕਰਤੀ, ਫਿਰ ਮਹਾਰਾਜ ਨੇ ਕੰਠੋਂ ਬਾਣੀ ਉਚਾਰੀ। ਭਾਈ ਮਣੀ ਸਿੰਘ ਲਿਖਾਰੀ ਲੱਗੇ, ਬਾਬਾ ਜੀ ਨੇ ਕਲਮਾਂ ਕੜੀਆਂ। ਉੱਥੋਂ ਹੀ ਟਕਸਾਲ ਚੱਲੀ। ਜੀਵਨ ਮੁਕਤਾ ਵਾਲੀ ਅਵਸਥਾ ਪਾ ਕੇ ਗੁਰੂ ਸਾਹਿਬ ਦਾ ਸਿਰ ਤੇ ਹੱਥ ਰੱਖਿਆ। ਮਹਾਰਾਜ ਨੇ ਬਖਸ਼ਿਸ਼ਾਂ ਦਿੱਤੀਆਂ। ਬਖਸ਼ਿਸ਼ ਲੈ ਕੇ ਸਾਧ ਸੰਗਤ ਜੀਓ ਫਿਰ ਸੋਝੀ ਦੇ ਵਿੱਚ ਰਹੇ। ਤੇ ਜਿਸ ਵਕਤ ਤਰਨਾ ਦਲ ਨਿਹੰਗ ਸਿੰਘਾਂ ਦੇ 5 ਜਥੇ ਬਣੇ, ਉਹਨਾਂ 'ਚੋਂ ਇੱਕ ਜਥੇਦਾਰ ਇਹ ਸੀਗੇ ਬਾਬਾ ਜੀ, ਮਿਸਲ ਸ਼ਹੀਦਾਂ ਦੇ ਮੁਖੀ ਸਨ। ਜਿਸ ਵਕਤ ਮੱਸੇ ਰੰਗੜ ਦਾ ਸਿਰ ਵੱਢਿਆ ਗਿਆ, ਉਹ ਜਿਹੜਾ ਬੁੱਢਾ ਸਿੰਘ ਸੀਗਾ ਖਬਰ ਲੈ ਕੇ ਆਇਆ, ਇਹਨਾਂ ਦਾ ਜਥੇ ਦਾ ਹੀ ਸੀ ਸਿੰਘ। ਬੁੱਢੇ ਜੋੜ ਜਦ ਖਬਰ ਮਿਲੀ, ਇਹਦੇ ਜਥੇ ਚੋਂ ਹੀ ਸਿੰਘ ਹੈ ਮਹਿਤਾਬ ਸਿੰਘ ਦੇ ਸੁੱਖਾ ਸਿੰਘ, ਬਾਬਾ ਜੀ ਦੇ ਜਥੇ ਚੋਂ। ਡੇਲੀ 101 ਜਪਜੀ ਸਾਹਿਬ ਦੇ ਪਾਠ ਕਰਦੇ, 5 ਗ੍ਰੰਥੀਆਂ ਨਿਤਨੇਮ, ਮਹਾਰਾਜ ਦੇ ਸਰੂਪ 4 ਹੱਥੀਂ ਲਿਖੇ। ਇੱਕ ਅਰਬ ਕੰਟਰੀ ਦੇ ਵਿੱਚ ਫਾਰਸੀ 'ਚ ਲਿਖ ਕੇ ਭੇਜਿਆ। 4 ਸਰੂਪ 4 ਤਖਤਾਂ ਦੇ ਬਿਰਾਜਮਾਨ ਨੇ। ਜਿਸ ਵਕਤ ਪ੍ਰੇਮੀ ਨੇ ਆ ਕੇ ਖਬਰ ਦਿੱਤੀ ਵੀ ਅੰਮ੍ਰਿਤਸਰ ਜਹਾਨ ਖਾਨ ਨੇ, ਜ਼ਕਰੀਆ ਨੇ ਪੂਰ ਦਿੱਤਾ, ਅਬਦਾਲੀ ਨੇ, ਤੇ ਉਸ ਵਕਤ ਬਾਬਾ ਜੀ ਰੋਹ ਦੇ ਵਿੱਚ ਆਏ। 84 ਸਾਲ ਦੀ ਉਮਰ ਦੇ ਵਿੱਚ ਖੰਡਾ ਚੁੱਕਿਆ। ਕੋਈ ਮਤਾ ਨਹੀਂ ਪਾਇਆ, ਕੋਈ ਸਲਾਹ ਨਹੀਂ ਕੀਤੀ। ਆਖਿਆ ਵੀ ਆਜੋ ਜਿੰਨੇ ਆਉਣਾ। ਤੇ ਤਰਨਤਾਰਨ ਤੱਕ 5000 ਸਿੰਘ ਹੋ ਗਏ ਸੀਗੇ। ਫਿਰ ਉੱਥੇ ਗੁਰਦੁਆਰਾ ਲਕੀਰ ਸਾਹਿਬ ਲਕੀਰ ਕੱਢੀ
ਆਖਿਆ ਟੱਪੋ ਉਹ ਜਿੰਨਾ ਮਰਨਾ ਮੰਡ ਲਿਆ। ਗੋਲਵੜ ਦੇ ਮੈਦਾਨ ਦੇ ਵਿੱਚ ਯੁੱਧ ਸ਼ੁਰੂ ਹੋਇਆ। ਆਪ ਜੀ ਦੀ ਸ਼ਹੀਦੀ ਨਵੰਬਰ ਦੇ ਵਿੱਚ 1757 ਈਸਵੀ ਨੂੰ ਸੋਹਣ ਸਿੰਘ ਸੀਤਲ ਅਨੁਸਾਰ ਜਹਾਨ ਖਾਨ ਜਾਂ ਅਮਾਨ ਖਾਨ ਨਾਲ ਲੜਦੇ ਆ। ਸਾਂਝਾ ਵਾਰ ਹੋਣ ਦੇ ਨਾਲ ਤੁਹਾਡੇ ਨਾਲੋਂ ਸੀਸ ਵੱਖ ਹੋਣ ਤੇ ਗੁਰਦੁਆਰਾ ਟਾਹਲਾ ਸਾਹਿਬ ਵਾਲੇ ਪਵਿੱਤਰ ਸਥਾਨ ਦੇ ਹੋਈ ਹੈ। ਪਰ ਅਜੇ ਵੀ ਉੱਥੇ ਬਾਬਾ ਜੀ ਦੀ ਜੋਤ ਹਾਜ਼ਰ ਹੈ। ਸਾਡੇ ਕੋਲ ਹੁੰਦਾ ਹੈ ਬਾਬਾ ਬਘਾਟੀ ਮਜਬੀ ਸਿੰਘ, ਆਪਾਂ ਮਾੜਾ ਤਾਂ ਨਹੀਂ ਕਿਸੇ ਨੂੰ ਕਹਿੰਦੇ, ਪਰ ਉਹਨੇ ਆਪ ਦਾ ਪਖੰਡ ਚਲਾਇਆ ਸੀਗਾ। ਕਹਿੰਦਾ ਸੀ ਮੇਰੇ ਚੋਂ ਬਾਬਾ ਦੀਪ ਸਿੰਘ ਦਾ। ਤੇ ਬੜੇ ਲੋਕ ਅੰਮ੍ਰਿਤਸਰ ਤੋਂ ਆਉਣੇ, ਕਿਸੇ ਨੇ ਕੁਛ ਕਿਸੇ ਨੇ ਕੁਛ। ਜਿੱਦਣ ਮਰਿਆ ਟਾਹਲਾ ਸਾਹਿਬ ਬਾਬੇ ਦੀਪ ਸਿੰਘ ਦੇ ਚਰਨਾਂ 'ਚ ਹੀ ਡਿੱਗਿਆ, ਸੱਪ ਲੜ ਕੇ ਮਰਿਆ। ਤੇ ਗੁਰੂ ਜੀ ਦਾ ਸਰੂਪ ਤਾਂ ਮੈਂ ਉਹਦੇ ਘਰੋਂ ਚੁੱਕ ਕੇ ਲਿਆਂਦਾ। ਮੁੰਡੇ ਗਾਉਣ ਵਜਾਉਣ ਵਾਲਿਆਂ ਨਾਲ ਤੁਰੇ ਫਿਰਨ, ਬੀੜੀਆਂ ਸਿਗਰਟਾਂ, ਤੇ ਨਿਸ਼ਾਨ ਸਾਹਿਬ ਸਿੰਘਾਂ ਨੂੰ ਕਿਹਾ ਵੀ ਤੁਸੀਂ ਵਧਾ ਦਿਓ। ਤੋ ਇੰਜ ਕਿਸੇ ਦਾ ਗਲਤ ਨਾ ਨਹੀਂ ਵਰਤਣਾ ਚਾਹੀਦਾ। ਬਾਬਾ ਜੀ ਇਹ ਨਹੀਂ ਵੀ ਕਿਸੇ ਦੇ ਵਿੱਚ ਆਉਂਦੇ ਨੇ, ਪਵਿੱਤਰ ਆਤਮਾਵਾਂ ਹਮੇਸ਼ਾ ਹਾਜ਼ਰ ਹੁੰਦੀਆਂ ਨੇ। ਇਹ ਨਹੀਂ ਭੂਤਾਂ ਦੀ ਤਰ੍ਹਾਂ ਵੀ ਤੁਹਾਡੇ 'ਚ ਵੜ ਗਏ ਮੇਰੇ 'ਚ ਵੜ ਗਏ, ਗਲਤ ਗੱਲ ਹੈ। ਪੁੱਠਾ ਕੰਮ ਨਹੀਂ ਕਰਨਾ ਚਾਹੀਦਾ। ਝੂਠ ਬੋਲਣਾ ਆਪਦੇ ਘਰ ਜੋ ਮਰਜੀ, ਗੁਰਦੁਆਰੇ ਆ ਕੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸੱਚ ਤੇ ਪਹਿਰਾ ਦਈਏ। ਉੱਥੇ ਸੱਚੇ ਹੀ ਸੱਚ ਨੇ ਪੜਿਆ ਤੇ ਉਹਨੂੰ ਵਖ ਕੱਢੇ ਜਦ ਮੰਨ ਲਿਆ। ਚਾਟੀ ਪਿੰਡ ਉਹਨਾਂ ਦਾ ਪਾਵਨ ਸਥਾਨ। ਕਈ ਕਹਿੰਦੇ ਉੱਥੋਂ ਸੀਸ ਵਗਾ ਮਾਰਿਆ, ਇੰਜ ਨਹੀਂ, ਪਰ ਕਰਮਾਂ 'ਚ ਪਹੁੰਚ ਕੇ ਸੀਸ ਭੇਟਾ ਕੀਤਾ। ਛੋਟੇ ਹੁੰਦੇ ਆਪਾਂ ਉੱਥੇ ਮੱਥਾ ਟੇਕਦੇ ਹੁੰਦੇ, ਗੋਲ ਸਰਕਲ ਜਿਹਾ ਬਣਿਆ ਹੁੰਦਾ। ਮਾਂ ਪਿਓ ਨੇ ਕਹਿਣਾ ਵੀ ਕਾਕਾ ਇਹ 'ਚ ਪੈਰ ਨਹੀਂ ਰੱਖਣਾ। ਫੁੱਲ ਵੀ ਭੇਟਾ ਹੁੰਦੇ ਸੀ ਉੱਥੇ। ਤੇ ਸ਼੍ਰੋਮਣੀ ਕਮੇਟੀ ਵਾਲਿਆਂ, ਕਾਰਸੇ ਵਾਲੇ ਮਹਾਂਪੁਰਖਾਂ ਦੀ ਕਿਰਪਾ ਹੋਈ। ਪਤਾ ਨਹੀਂ ਸੇਵਾ ਸਹੀ ਹੈ ਜਾਂ ਗਲਤ ਹੈ, ਮੈਨੂੰ ਤਾਂ ਪਤਾ ਨਹੀਂ ਲੱਗਦਾ। ਨਿਸ਼ਾਨੀ ਕੋਈ ਰਹਿਣ ਹੀ ਨਹੀਂ ਦਿੱਤੀ। ਉਹ ਪਰਿਕਰਮਾ ਹੁਣ ਸਾਫ਼ ਹੀ। ਇੰਨਾ ਦੁੱਖ ਲੱਗਦਾ ਉੱਥੋਂ ਲੰਘਣ ਲੱਗਿਆ, ਫਿਰ ਵੀ ਪਾਸੇ ਹੋ ਕੇ ਲੰਘੀ ਦਾ ਵੀ ਕਿਤੇ ਪੈਰ ਨਾ ਜਾਏ, ਵੀ ਜਿੱਥੇ ਬਾਬਾ ਜੀ ਨੇ ਸੀਸ ਰੱਖਿਆ। ਇਹ ਕੋਈ ਬੁੱਤ ਪ੍ਰਸਤੀ ਨਹੀਂ ਹੈ। ਸਾਧ ਸੰਗਤ ਜੀ ਜਿਹਨਾਂ ਪਰਉਪਕਾਰ ਕੀਤਾ, ਮੈਂ ਜਦ ਇੱਥੇ ਪਹਿਲੇ ਦਿਨ ਕਥਾ ਕੀਤੀ, ਸਟੇਜ ਤੇ ਬਾਅਦ ਚ ਬਿਠਾਇਆ ਤੇ ਗੁਰਮੁਖ ਪਿਆਰੇ ਮੈਨੂੰ ਹੇਠਾਂ ਲੈ ਗਏ। ਕਹਿੰਦੇ ਆ ਵੇਖੋ ਸਮਾਧਾਂ ਜੀ। ਮੈਂ ਕਿਹਾ ਫਿਰ ਕੀ ਹੋ ਗਿਆ? ਕਹਿੰਦੇ ਤੁਸੀਂ ਟਕਸਾਲ ਦੇ ਸਿੰਘ ਹੋ ਤੇ ਆ ਸਮਾਧਾਂ ਜੀ। ਮੈਂ ਕਿਹਾ ਬਾਬੇ 900 ਦੀ ਵੀ ਸਮਾਧ ਸੀਗੀ। ਸਿੰਘ ਹੱਥ ਬਣ ਕੇ ਬੇਨਤੀ ਕੀਤੀ ਵੀ ਮਹਾਰਾਜ ਦਾ ਪ੍ਰਕਾਸ਼ ਕਰੋ। ਉਹ ਹੇਠਾਂ ਗੁੰਮਟ ਤੇ ਉੱਤੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਉੱਥੇ ਲੰਗਰ ਚੱਲਦਾ। ਸਮਾਧ ਮਾੜੀ ਥੋੜ੍ਹਾ। ਇਹ ਮੜੀ ਜਾਂ ਕਬਰ ਆਮ ਬੰਦੇ ਦੀ ਨਹੀਂ ਹੈ, ਇਹ ਪਵਿੱਤਰ ਸਥਾਨ ਹੈ। ਅਸੀਂ ਸਹਿਮਤ ਹਾਂ, ਜਗ੍ਹਾ ਹੋਣੀ ਚਾਹੀਦੀ ਹੈ। ਉੱਤੇ ਟੇਬਲ ਰੱਖਿਆ, ਮਹਾਰਾਜ ਦਾ ਪ੍ਰਕਾਸ਼ ਹੈ। ਠੀਕ ਹੈ, ਪੂਜਾ ਅਕਾਲ ਕੀ ਪਰਚਾ ਸ਼ਬਦ ਹੈ, ਪਰ ਨਿਸ਼ਾਨੀ ਜ਼ਰੂਰ ਹੋਣੀ ਚਾਹੀਦੀ ਹੈ। ਕੋਈ ਥੜਾ ਬਣਾ ਦੇ ਜਾਂ ਕਿਸੇ ਤਰੀਕੇ ਨਾਲ ਨਿਸ਼ਾਨੀ ਨਹੀਂ ਮਿਟਣੀ ਚਾਹੀਦੀ। ਸਤਿਗੁਰੂ ਰਹਿਮਤ ਕਰੇ। ਸੋ ਬਾਬਾ ਜੀ ਦੀ ਇਹ ਮਹਾਨ ਸੰਗਤ ਜੀ ਇਹ ਸਿੱਖ ਕੌਮ ਨੂੰ ਦੇਣ। ਉਹਨਾਂ ਨੇ ਆਪ ਦਾ ਸੀਸ ਤਲੀ ਤੇ ਰੱਖ ਕੇ ਬਿਨਾਂ ਸੀਸ ਤੋਂ ਜੰਗ ਕਰਕੇ ਸ਼ਹੀਦੀ ਦਿੱਤੀ। ਬੜੀ ਵੱਡੀ ਕੁਰਬਾਨੀ ਹੈ। ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰਉਪਕਾਰੀ ਆਏ। ਬਾਬਾ ਜੀ ਦੇ ਜਨਮ ਦੀ ਆਪ ਸਭਨਾਂ ਨੂੰ ਲੱਖ ਲੱਖ ਵਧਾਈ ਹੋਵੇ। ਭੁੱਲਾਂ ਚੁੱਕਾਂ ਮਾਫ, ਅੱਗੇ ਤੋਂ ਸਮਤ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵ। ਸ਼ਬਦੋ ਤਗਾਵੋ ਹਰਿ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਵੇ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ। ਹਰਿ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨ। ਅੰਗੀਕਾਰੋ ਕਰੇ ਤੇਰਾ ਕਾਰਜ। ਸਭ ਸੁਭਾ ਸਮਰਥ ਸੁਆਮੀ ਸੋ ਕਿਉ ਮਨ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਕਰਤਾ ਤੇਰਾ ਸਭ ਕਿਛ ਹੈ, ਦੇ ਸੁਭਾਏ।